ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਪਿਆਰੇ ਬੱਚਿਓ, ਅੱਜ ਅਸੀਂ 11ਵੀਂ ਕਲਾਸ ਦੇ ਪ੍ਰੀਤ ਕਥਾਵਾਂ ਦੇ ਆਧਾਰ ਦੇ ਉੱਪਰ ਜਿਹੜੀਆਂ ਸਾਨੂੰ ਕਥਾਵਾਂ ਦਿੱਤੀਆਂ ਗਈਆਂ ਹਨ, ਉਹਨਾਂ ਵਿੱਚੋਂ ਹੀਰ ਰਾਂਝਾ ਜਿਹੜੀ ਪ੍ਰੀਤ ਕਥਾ, ਇਸ ਬਾਰੇ ਪੜ੍ਹਾਂਗੇ। ਸੋ ਜਿਹੜੀਆਂ ਬੇਟਾ ਪ੍ਰੀਤ ਕਥਾਵਾਂ ਹੁੰਦੀਆਂ ਨੇ, ਇਹਦੇ ਵਿੱਚ ਪ੍ਰੇਮ ਨਾਲ, ਪਿਆਰ ਨਾਲ ਸੰਬੰਧਿਤ ਜਿਹੜੀਆਂ ਕਹਾਣੀਆਂ ਨੂੰ ਲਿਖਿਆ ਜਾਂਦਾ। ਸੋ ਜਿਹੜੀਆਂ ਇਹ ਕਹਾਣੀਆਂ ਨੇ ਬੇਟਾ, ਅੱਗੇ ਇਹ ਕਿੱਸਿਆਂ ਅਤੇ ਬਹੁਤ ਸਾਰੇ ਹੋਰ ਸਾਹਿਤਕ ਰੂਪਾਂ ਨੂੰ ਜਨਮ ਦਿੰਦੀਆਂ ਨੇ। ਸੋ ਜਿਹੜੀ ਬੇਟਾ ਇਹ ਕਹਾਣੀ ਆ ਹੀਰ ਅਤੇ ਰਾਂਝੇ ਦੀ, ਇਹਦੇ ਵਿੱਚ ਦੋ ਜਿਹੜੇ ਇਨਸਾਨ ਨੇ ਉਹਨਾਂ ਦੇ ਜੀਵਨ ਦੇ ਵਿੱਚ ਉਹ ਕਿਸ ਤਰ੍ਹਾਂ ਮਿਲਦੇ ਹਨ, ਕਿਸ ਤਰ੍ਹਾਂ ਵਿਛੜਦੇ ਹਨ, ਇਸ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਅਤੇ ਇਸ ਕਹਾਣੀ ਦੇ ਵਿੱਚ ਜਿਹੜੀ ਹੀਰ ਵਾਰਿਸ ਆ ਉਹ ਬੜੀ ਮਕਬੂਲ ਹੋਈ ਆ, ਅਤੇ ਦਮੋਦਰ ਨੇ ਵੀ ਹੀਰ ਦੀ ਰਚਨਾ ਕੀਤੀ, ਅਤੇ ਹੋਰ ਬਹੁਤ ਸਾਰੇ ਜਿਹੜੇ ਸਾਡੇ ਕਿੱਸਾਕਾਰ ਸਾਹਿਤਕਾਰ ਨੇ ਉਹਨਾਂ ਨੇ ਹੀਰ ਦੀ ਰਚਨਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਉਹ ਬਹੁਤ ਮਕਬੂਲ ਹੋਇਆ। ਸੋ ਆਓ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਹੀਰ ਰਾਂਝਾ ਪ੍ਰੀਤ ਕਹਾਣੀ ਨੂੰ ਪੜ੍ਹ ਕੇ, ਕਿ ਹੀਰ ਅਤੇ ਰਾਂਝੇ ਦਾ ਜਿਹੜਾ ਜੀਵਨ ਸੀ, ਜੋ ਉਹਨਾਂ ਦੀ ਪ੍ਰੀਤ ਕਥਾ ਹੈ, ਉਹ ਕਿਸ ਤਰ੍ਹਾਂ ਦੀ ਹੈ। ਹੀਰ ਰਾਂਝਾ। ਕਹਿੰਦੇ ਹਨ, ਦਰਿਆ ਝਨਾ ਦੇ ਕੰਢੇ ਝੰਗ ਸਿਆਲ ਦੇ ਇੱਕ ਸਰਦਾਰ ਮਲਕ ਚੂਚਕ ਦੇ ਘਰ ਇੱਕ ਲੜਕੀ ਪੈਦਾ ਹੋਈ, ਜਿਸ ਦਾ ਨਾਂ ਹੀਰ ਰੱਖਿਆ ਗਿਆ। ਹੁਣ ਬੇਟਾ ਇੱਥੇ ਜਿਹੜਾ ਦਰਿਆ ਝਨਾ ਇੱਕ ਦਰਿਆ, ਉਹਦੇ ਕੰਢੇ ਦੇ ਉੱਪਰ ਸਿਆਲ ਇੱਕ ਇਲਾਕਾ, ਉਸ ਇਲਾਕੇ ਦੇ ਸਰਦਾਰ ਦਾ ਨਾਮ ਹੈ ਮਲਕ ਚੂਚਕ। ਉਹਨਾਂ ਦੇ ਘਰ ਇੱਕ ਲੜਕੀ ਜਨਮ ਲੈਂਦੀ ਹੈ, ਜਿਸ ਦਾ ਨਾਮ ਹੀਰ ਰੱਖਿਆ ਗਿਆ। ਖੁੱਲ੍ਹੇ ਡੁੱਲੇ ਮਾਹੌਲ ਅਤੇ ਮਾਪਿਆਂ ਦੇ ਲਾਡ ਪਿਆਰ ਵਿੱਚ ਪਲੀ ਹੀਰ ਇੰਨੀ ਸੋਹਣੀ ਸੀ ਕਿ ਉਸ ਦੀ ਸੁੰਦਰਤਾ ਦੀਆਂ ਕਨਸੋਹਾਂ ਨੇੜੇ ਤੱਕ ਦੇ ਇਲਾਕਿਆਂ ਤੱਕ ਪਹੁੰਚ ਗਈਆਂ, ਨੇੜੇ ਤੇੜੇ ਦੇ ਇਲਾਕਿਆਂ ਤੱਕ ਪਹੁੰਚ ਗਈਆਂ। ਹੁਣ ਮੰਨਿਆ ਜਾਂਦਾ ਕਿ ਉਸ ਸਰਦਾਰ ਦੇ ਘਰ ਜੋ ਇਸ ਲੜਕੀ ਦਾ ਜਨਮ ਹੁੰਦਾ ਹੀਰ ਦਾ, ਉਹ ਇੰਨੀ ਖੂਬਸੂਰਤ, ਇੰਨੀ ਸੋਹਣੀ ਸੀ ਕਿ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਇਸ ਗੱਲ ਦੀ ਚਰਚਾ ਹੁੰਦੀ ਸੀ ਕਿ ਭਾਈ ਇਹ ਸਰਦਾਰ ਚੂਚਕ ਦੀ ਜਿਹੜੀ ਧੀ ਹੈ, ਇਹਦੇ ਵਰਗੀ ਕੋਈ ਹੋਰ ਲੜਕੀ ਨਹੀਂ ਹੈ ਇਲਾਕੇ 'ਚ। ਇਸੇ ਇਲਾਕੇ ਵਿੱਚ ਤਖਤ ਹਜ਼ਾਰਾ। ਹੁਣ ਉਸੇ ਇਲਾਕੇ ਦੇ ਵਿੱਚ ਬੇਟਾ ਇੱਕ ਪਿੰਡ ਹੋਰ ਪੈਂਦਾ, ਜਿਹਦਾ ਨਾਮ ਹੈ ਤਖਤ ਹਜ਼ਾਰਾ ਨਾਂ ਦੇ ਪਿੰਡ ਵਿੱਚ ਇੱਕ ਚੌਧਰੀ ਮੌਜੂ ਰਹਿੰਦਾ ਸੀ। ਹੁਣ ਇੱਕ ਚੌਧਰੀ ਆ ਮੌਜੂ ਉਸ ਇਲਾਕੇ ਦਾ, ਜਿਸ ਦੇ 8 ਪੁੱਤਰ ਸਨ। ਹੁਣ ਮੌਜੂ ਚੌਧਰੀ ਦੇ 8 ਪੁੱਤਰ ਸਨ। ਇਹਨਾਂ ਵਿੱਚੋਂ ਸਭ ਤੋਂ ਛੋਟਾ ਰਾਂਝਾ ਸੀ। ਹੁਣ ਇਸ ਘਰ ਦੇ ਵਿੱਚ ਵੀ ਜਿਹੜਾ ਇਹ ਮੌਜੂ ਦੇ ਘਰ ਪਿੰਡ ਹਜ਼ਾਰਾ ਵਿਖੇ ਰਾਂਝਾ ਜਿਹੜਾ ਜਨਮ ਲੈਂਦਾ। ਇਸ ਤੋਂ ਵੱਡੇ ਜਿਹੜੇ ਹੋਰ ਭੈਣ ਭਰਾ ਨੇ, ਉਹਨਾਂ ਤੋਂ ਬਿਨਾਂ ਜਿਹੜੀ ਇੱਥੇ ਪਹਿਚਾਣ ਦੱਸੀ ਗਈ ਹੈ ਕਿ 8 ਭੈਣ ਭਰਾਵਾਂ ਤੋਂ ਬਿਨਾਂ ਜਿਹੜਾ ਰਾਂਝਾ ਇਸ ਘਰ ਦਾ 8ਵਾਂ ਲਾ ਲਓ ਜਾਂ 9ਵਾਂ ਛੋਟਾ ਬੱਚਾ ਹੈ ਜਿਹੜਾ ਇਸ ਘਰ 'ਚ ਜਨਮ ਲੈਂਦਾ, ਉਹ ਅਜੇ ਅਣਵਿਆਹਿਆ ਸੀ, ਕੁਆਰਾ ਸੀ। ਪਿਤਾ ਦੀ ਮੌਤ ਪਿੱਛੋਂ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਵੰਡਾਈ ਉੱਤੇ ਝਗੜਾ ਹੋ ਗਿਆ। ਹੁਣ ਜਦੋਂ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਰਾਂਝੇ ਦੇ, ਤਾਂ ਜਿਹੜੇ ਭਰਾ ਨੇ ਬੇਟਾ ਉਹਨਾਂ ਨੇ ਜਿਹੜੀ ਜ਼ਮੀਨ ਆਪਣੀ ਜੋ ਵੀ ਜਾਇਦਾਦ ਆ ਉਹਦੀ ਵੰਡ ਵੰਡਾਈ ਕਰ ਲਈ, ਅਤੇ ਘਰ ਦੇ ਵਿੱਚ ਝਗੜਾ ਹੋ ਜਾਂਦਾ। ਰਾਂਝੇ ਨੂੰ ਸਭ ਤੋਂ ਮਾੜੀ ਜ਼ਮੀਨ ਦਿੱਤੀ ਗਈ। ਬਹੁਤ ਸਾਰੇ ਕਿੱਸਾਕਾਰਾਂ ਨੇ ਲਿਖਿਆ ਕਿ ਉਹਦੀਆਂ ਭਾਬੀਆਂ ਉਹਦੀਆਂ ਕਹਿੰਦੀਆਂ ਸੀ ਕਿ ਅਸੀਂ ਆਪਣੀ ਭੈਣ ਦਾ ਸਾਕ ਲੈ ਆਉਂਦੇ ਹਾਂ ਤੇਰੇ ਲਈ, ਅਤੇ ਉਹ ਕਹਿੰਦਾ ਸੀ ਨਹੀਂ, ਮੈਂ ਨਹੀਂ ਲੈਣਾ ਸਾਕ ਤੁਹਾਡੀ ਭੈਣ ਦਾ। ਅਤੇ ਫਿਰ ਉਹਨਾਂ ਨੇ ਮੀਣਾ ਵੀ ਮਾਰਿਆ ਸੀ, ਕਹਿੰਦੇ ਦੇਖਾਂਗੇ ਜਦੋਂ ਤੂੰ ਸਿਆਲਾਂ ਦੀ ਹੀਰ ਵਿਆਹ ਕੇ ਲਿਆਏਂਗਾ। ਅਤੇ ਫਿਰ ਉੱਥੋਂ ਰਾਂਝੇ ਨੂੰ ਲੱਗਿਆ ਕਿ ਸਿਆਲਾਂ ਦੀ ਹੀਰ 'ਚ ਐਸੀ ਕਿਹੜੀ ਗੱਲ ਆ, ਅਤੇ ਫਿਰ ਉਹਨੇ ਮੀਣਾ ਮਾਰਿਆ, ਕਹਿੰਦਾ ਕੋਈ ਨਹੀਂ, ਤੁਸੀਂ ਮੀਣਾ ਮਾਰਿਆ ਨਾ ਤਾਂ ਮੈਂ ਸਿਆਲਾਂ ਦੀ ਹੀਰ ਹੀ ਵਿਆਹ ਕੇ ਲਿਆਊਂ। ਅਤੇ ਫਿਰ ਇਸ ਜਿੱਦ 'ਚ ਕਹਿੰਦੇ ਵੀ ਘਰ ਦੇ ਵਿੱਚ ਵੰਡ ਵੰਡਾਈ ਹੋਈ, ਅਤੇ ਉਹਦੀਆਂ ਭਾਬੀਆਂ ਨੇ ਉਹਨੂੰ ਸਭ ਤੋਂ ਮਾੜੀ ਜ਼ਮੀਨ ਉਹਦੇ ਹਿੱਸੇ ਵੰਡ ਕੇ ਦਿੱਤੀ। ਇਹ ਬਹੁਤ ਸਾਰੇ ਕਿੱਸਾਕਾਰਾਂ ਨੇ ਲਿਖਿਆ, ਪਰ ਜੋ ਤੁਹਾਡੇ ਕਿੱਸੇ ਦੇ ਵਿੱਚ ਹੈ ਬੇਟਾ, ਆਪਾਂ ਉਸੇ ਤਰ੍ਹਾਂ ਸਮਝਣਾ ਕਿ ਮਾੜੀ ਜ਼ਮੀਨ ਉਸ ਨੂੰ ਦੇ ਦਿੱਤੀ ਗਈ। ਰਾਂਝਾ ਆਪਣੇ ਭਰਾਵਾਂ ਦੇ ਇਸ ਵਿਵਹਾਰ ਤੋਂ ਦੁਖੀ ਸੀ। ਬਲਦੀ ਉੱਤੇ ਭਾਬੀਆਂ ਦੇ ਇਸ ਤਾਨੇ ਨੇ ਤੇਲ ਦਾ ਕੰਮ ਕੀਤਾ, ਉਹੀ ਜੋ ਆਪਾਂ ਹੁਣ ਗੱਲ ਕਰੀ ਆ ਕਿ ਜਾ ਦੇਖਾਂਗੇ ਜਦੋਂ ਤੂੰ ਸਿਆਲਾਂ ਦੀ ਹੀਰ ਵਿਆਹ ਕੇ ਲਿਆਵੇਂਗਾ। ਉਹ ਇਸ ਤੋਂ ਅਤੀ ਅੰਤ ਨਿਰਾਸ਼ ਹੋ ਕੇ ਆਪਣਾ ਪਿੰਡ ਛੱਡ ਕੇ ਤੁਰ ਪਿਆ। ਉਹ ਇਸ ਗੱਲ ਤੋਂ ਦੁਖੀ ਹੋ ਗਿਆ ਅਤੇ ਆਪਣਾ ਪਿੰਡ ਛੱਡ ਕੇ ਤੁਰ ਪਿਆ। ਅੱਗੇ ਉਸ ਦੇ ਰਾਹ ਵਿੱਚ ਝਨਾ ਦਰਿਆ ਪੈਂਦਾ ਸੀ। ਬਿਨਾਂ ਬੇੜੀਆਂ ਤੋਂ ਇਸ ਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਸੀ। ਸਬੱਬ ਨੂੰ ਉੱਥੇ ਹੀਰ ਦੀ ਬੇੜੀ ਖੜੀ ਸੀ। ਰਾਂਝਾ ਉਸ ਬੇੜੀ ਵਿੱਚ ਚੜ੍ਹ ਗਿਆ। ਇਸ ਬੇੜੀ ਵਿੱਚ ਹੀਰ ਦਾ ਸੁੰਦਰ ਅਤੇ ਆਰਾਮਦਾਇਕ ਪਲੰਘ ਵੀ ਸੀ। ਰਾਂਝੇ ਦਾ ਇਸ ਪਲੰਘ ਉੱਤੇ ਲੇਟ ਕੇ ਵੇਖਣ ਨੂੰ ਜੀ ਕੀਤਾ। ਉਹ ਸਫ਼ਰ ਕਰਕੇ ਇੰਨਾ ਥੱਕਿਆ ਹੋਇਆ ਸੀ ਕਿ ਪਲੰਘ ਉੱਤੇ ਲੇਟਦਿਆਂ ਹੀ ਉਸ ਨੂੰ ਗੂੜ੍ਹੀ ਨੀਂਦ ਆ ਗਈ। ਉੱਧਰ ਕਿਸੇ ਨੇ ਹੀਰ ਨੂੰ ਜਾ ਦੱਸਿਆ ਕਿ ਉਸ ਦੇ ਪਲੰਘ 'ਤੇ ਕੋਈ ਅਜਨਬੀ
ਅਜਨਬੀ ਹੁੰਦਾ ਬੇਟਾ ਜਿਹਨੂੰ ਅਸੀਂ ਜਾਣਦੇ ਨਹੀਂ, ਕੋਈ ਅਜਨਬੀ ਸੁੱਤਾ ਹੋਇਆ ਹੈ। ਕਹਿੰਦੇ ਹਨ ਕਿ ਹੀਰ ਭਰੀ ਪੀਤੀ ਆਪਣੀ ਬੇੜੀ ਕੋਲ ਪਹੁੰਚੀ ਤੇ ਕੜਕਦੀ ਹੋਈ ਰਾਂਝੇ ਨੂੰ ਸ਼ਮਕਾ ਮਾਰਨ ਲੱਗੀ। ਸ਼ਮਕਾ ਬੇਟਾ ਛਾਂਟਾ ਹੁੰਦਾ ਚਮੜੇ ਦਾ ਬਣਿਆ, ਜੇ ਕਿਸੇ ਦੇ ਮਾਰੋ ਨਾ ਮਾਸ ਨਾਲ ਠਾ ਦਿੰਦਾ, ਇੰਨਾ ਮਤਲਬ ਭੈੜਾ ਅਸੀਂ ਉਹਨੂੰ ਕਹਾਂਗੇ, ਸ਼ਮਕ ਹੁੰਦੀ ਹੈ ਜਿਹੜੀ। ਜਿਉਂ ਹੀ ਰਾਂਝੇ ਦੀ ਜਾਗ ਖੁੱਲੀ ਉਸਨੇ ਹੀਰ ਵੱਲ ਉੱਠ ਕੇ ਤੱਕਿਆ। ਜਦੋਂ ਉਹਦੇ ਸ਼ਮਕਾ ਪਈ ਉਹਨੇ ਦੇਖਿਆ ਵੀ ਕੌਣ ਆ ਜਿਹੜਾ ਮੈਨੂੰ ਮਾਰਨ ਲੱਗ ਪਿਆ। ਇਸ ਪਹਿਲੀ ਤੱਕਣੀ ਵਿੱਚ ਹੀ ਦੋਵੇਂ ਪ੍ਰੇਮ ਸੰਬੰਧ ਵਿੱਚ ਵੱਜ ਗਏ। ਜਦੋਂ ਉਹਨੇ ਉਸਨੂੰ ਮਾਰਿਆ ਤੇ ਉਹਨੇ ਜਦੋਂ ਉਹਦੇ ਵੱਲ ਆਪਣੇ ਲਾ ਲਓ ਵੀ ਉਹ ਮੂੰਹ ਢੱਕੀ ਪਿਆ ਜਾਂ ਉਹਦੇ ਮੂੰਹ ਦੇ ਉੱਪਰ ਉਹ ਆਪਣੀ ਬਾਂਹ ਰੱਖੀ ਸੁੱਤਾ ਪਿਆ, ਤੇ ਜਦੋਂ ਉਹਨੂੰ ਮਾਰਿਆ, ਜਦੋਂ ਉਹਨੇ ਆਪਣੇ ਮੂੰਹ ਤੋਂ ਬਾਂਹ ਉਠਾਈ ਤੇ ਹੀਰ ਮੋਹਿਤ ਹੋ ਜਾਂਦੀ ਕਿ ਕਿੰਨਾ ਸੋਹਣਾ ਨੌਜਵਾਨ ਆ ਜਿਹਨੂੰ ਮੈਂ ਮਾਰਿਆ। ਤੇ ਰਾਂਝਾ ਵੀ ਹੀਰ ਨੂੰ ਪਹਿਲੀ ਵਾਰ ਦੇਖਦਾ ਤੇ ਕਹਿੰਦੇ ਨੇ ਕਿ ਪਹਿਲੀ ਵਾਰ 'ਚ ਜਦੋਂ ਉਹ ਇੱਕ ਦੂਜੇ ਨੂੰ ਵੇਖਦੇ ਨੇ ਉਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ। ਹੀਰ ਨੇ ਰਾਂਝੇ ਨੂੰ ਆਪਣੇ ਨੇੜੇ ਰੱਖਣ ਲਈ, ਹੁਣ ਉੱਥੋਂ ਉਹਨਾਂ ਦਾ ਪ੍ਰੇਮ ਸੰਬੰਧ ਸ਼ੁਰੂ ਹੋ ਜਾਂਦਾ ਇਹ ਮੁਲਾਕਾਤ ਤੋਂ। ਇਹ ਬੇਟਾ ਕਿੱਸਾ ਤਾਂ ਬਹੁਤ ਲੰਮਾ, ਪਰ ਇਹ ਪਾਠ ਦੇ ਆਧਾਰ 'ਤੇ ਆਪਾਂ ਇਹਨੂੰ ਥੋੜ੍ਹਾ ਜਿਹਾ ਲਵੇ ਲਾ ਰਹੇ ਹਾਂ ਖਿੱਚ ਕੇ ਸ਼ਬਦ ਵੀ। ਹੁਣ ਉਹਨੇ ਉਸ ਨੂੰ ਆਪਣੇ ਕੋਲ ਰੱਖਣ ਲਈ ਮੱਝਾਂ ਦਾ ਚਾਰੂ ਵਜੋਂ ਨੌਕਰੀ ਦਵਾ ਦਿੱਤੀ। ਆਪਣੇ ਪਿਤਾ ਨਾਲ ਗੱਲ ਕਰੀ, ਉਹਨੂੰ ਮੱਝਾਂ ਦਾ ਚਾਰੂ ਰਖਵਾ ਲਿਆ। ਚਾਰੂ ਹੁੰਦਾ ਮੱਝਾਂ ਨੂੰ ਚਰਾਉਣ ਵਾਲਾ। ਹੁਣ ਉਹ ਚੋਰੀ ਚੋਰੀ ਇੱਕ ਦੂਜੇ ਨੂੰ ਮਿਲਦੇ। ਰਾਂਝਾ 12 ਸਾਲ ਹੀਰ ਦੇ ਪਿਓ ਦੀਆਂ ਮੱਝਾਂ ਚਾਰਦਾ ਰਿਹਾ। ਹੁਣ 12 ਸਾਲ ਉਹ ਇੱਕ ਦੂਜੇ ਨਾਲ ਉਹਨਾਂ ਦੇ ਪ੍ਰੇਮ ਸੰਬੰਧ ਚੱਲਦੇ ਰਹੇ, ਇੱਕ ਦੂਜੇ ਨੂੰ ਚੋਰੀ ਚੋਰੀ ਮਿਲਦੇ ਰਹੇ। ਹੌਲੀ ਹੌਲੀ ਉਹਨਾਂ ਦੇ ਆਪਸੀ ਪ੍ਰੇਮ ਦੀ ਚਰਚਾ ਸਾਰੇ ਪਿੰਡ ਵਿੱਚ ਫੈਲ ਗਈ। ਹੁਣ ਜਦੋਂ ਇਹਨਾਂ ਦਾ ਇਹ ਕਿੱਸਾ ਸੀ ਸਾਰੇ ਪਿੰਡ ਦੇ ਵਿੱਚ ਇਹ ਗੱਲ ਦੀ ਜਿਹੜੀ ਭਾਵ ਸੀ ਉਹ ਉੱਡ ਗਈ ਕਿ ਜਿਹੜਾ ਇਹਨਾਂ ਦੇ ਘਰੇ ਭਾਈ ਚਾਰੂ ਰੱਖਿਆ ਮੱਝਾਂ ਚਰਾਉਣ ਵਾਲਾ, ਇਹ ਸਿਆਲਕੋਟ ਦੇ ਜਿਹੜਾ ਇਹ ਸਰਦਾਰ ਆ, ਇਹਦੀ ਧੀ ਇਹਨੂੰ ਪ੍ਰੇਮ ਕਰਦੀ ਆ, ਇਹਨੂੰ ਚੂਰੀਆਂ ਖਵਾਉਂਦੀ ਆ ਜਾਂ ਇਹਨੂੰ ਮਿਲਦੀ ਗਿਲਦੀ ਆ, ਜੋ ਵੀ ਉਹਨਾਂ ਦੇ ਸੰਬੰਧ ਸੀ ਉਹ ਇੱਕ ਹਵਾ ਬਣ ਗਏ। ਹੀਰ ਦੇ ਪਿਓ ਨੇ ਹੁਸ਼ਿਆਰੀ ਵਰਤ ਕੇ ਹੀਰ ਦਾ ਵਿਆਹ ਰੰਗਪੁਰ ਖੇੜਿਆਂ ਦੇ ਸੈਦੇ ਨਾਲ ਕਰ ਦਿੱਤਾ। ਹੁਣ ਜਦੋਂ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਜਿਹੜੀ ਮੇਰੀ ਧੀ ਆ ਉਹ ਇਸ ਤਰ੍ਹਾਂ ਸਾਡੇ ਜਿਹੜਾ ਚਾਰੂ ਰੱਖਿਆ ਹੋਇਆ ਰਾਂਝਾ ਉਹਦੇ ਨਾਲ ਉਹਦੇ ਪ੍ਰੇਮ ਸੰਬੰਧ ਨੇ, ਤਾਂ ਬੇਟਾ ਉਹਨਾਂ ਨੇ ਦੁਖੀ ਹੋ ਕੇ ਕਹਿ ਲਓ ਜਾਂ ਇਸ ਚੀਜ਼ ਦੇ ਉੱਤੇ ਫੈਸਲਾ ਲਿਆ ਤੇ ਉਹਨਾਂ ਨੇ ਹੀਰ ਦਾ ਵਿਆਹ ਕਰਨਾ ਤੈਅ ਕਰ ਦਿੱਤਾ। ਤੇ ਹੀਰ ਦਾ ਵਿਆਹ ਬੇਟਾ ਰੰਗਪੁਰ ਖੇੜਿਆਂ ਦੇ ਸੈਦੇ ਨਾਲ ਕਰ ਦਿੱਤਾ। ਰਾਂਝਾ ਬੜਾ ਨਿਰਾਸ਼ ਹੋਇਆ। ਰਾਂਝੇ ਨੇ ਹੀਰ ਨੂੰ ਉਹਦੇ ਸਹੁਰੇ ਪਿੰਡ ਜਾ ਕੇ ਮਿਲਣ ਦੀ ਤਰਕੀਬ ਸੋਚੀ। ਹੁਣ ਰਾਂਝਾ ਇੱਥੇ ਨਿਰਾਸ਼ ਹੋ ਗਿਆ ਕਿ ਉਹਨੂੰ ਹੀਰ ਤੋਂ ਨਾਲੋਂ ਵਿਛੋੜਾ ਪੈ ਜਾਂਦਾ ਉਹਦਾ। ਹੁਣ ਸੋਚਦਾ ਕਿ ਮੈਂ ਹੀਰ ਨੂੰ ਮਿਲਾਂ ਤਾਂ ਮਿਲਾਂ ਕਿਵੇਂ। ਉਹਨੇ ਤਰਕੀਬ ਸੋਚੀ। ਕਿਹਾ ਜਾਂਦਾ ਹੈ ਕਿ ਉਸਨੇ ਬਾਲਨਾਥ ਦੇ ਜੋਗੀ ਤੋਂ ਜੋਗ ਧਾਰਨ ਕਰ ਲਿਆ। ਹੁਣ ਬਾਲਨਾਥ ਨਾਂ ਦਾ ਇੱਕ ਜੋਗੀ ਆ ਜਿਹਨੂੰ ਅਸੀਂ ਬਹੁਤ ਸਾਰੇ ਕਿੱਸਿਆਂ ਦੇ ਵਿੱਚ ਸੁਣਦੇ ਹਾਂ, ਇਹਦੇ ਗੀਤ ਵੀ ਗਾਏ ਜਾਂਦੇ ਨੇ। ਉੱਥੇ ਜਾ ਕੇ ਇਹਨਾਂ ਨੇ ਜੋਗੀ ਬਣ ਕੇ ਕੰਨਾਂ 'ਚ ਮੁੰਦਰਾਂ ਪਵਾ ਲਈਆਂ, ਭਗਵਾਂ ਭੇਸ ਬਣਾ ਲਿਆ। ਹੁਣ ਰੰਗਪੁਰ ਨੂੰ ਤੁਰ ਪਿਆ। ਕੰਨਾਂ 'ਚ ਮੁੰਦਰਾਂ ਪਾ ਕੇ ਸਾਧ ਬਣ ਕੇ ਇੱਕ ਮੰਗਤੇ ਦੇ ਰੂਪ ਦੇ ਵਿੱਚ ਰੰਗਪੁਰ ਨੂੰ ਚਲਿਆ ਗਿਆ ਜਿੱਥੇ ਹੀਰ ਵਿਆਹੀ ਆ। ਹੀਰ ਨੂੰ ਆਪਣਾ ਪਤੀ ਸੈਦਾ ਬਿਲਕੁਲ ਵੀ ਪ੍ਰਵਾਨ ਨਹੀਂ ਸੀ, ਕਿਉਂਕਿ ਹੀਰ ਦਾ ਵਿਆਹ ਧੱਕੇ ਨਾਲ ਉਸ ਦੀ ਮਰਜ਼ੀ ਦੇ ਉਲਟ ਉਹਦੇ ਪਿਤਾ ਨੇ ਕਰ ਦਿੱਤਾ ਸੀ। ਉਸ ਦਾ ਇਹ ਵਿਆਹ ਉਸ ਦੀ ਇੱਛਾ ਦੇ ਖਿਲਾਫ ਹੋਇਆ ਸੀ। ਸਹੁਰੇ ਘਰ ਵਿੱਚ ਉਸ ਦੀ ਇੱਕ ਨਨਾਣ ਸੈਤੀ ਸੀ। ਹੁਣ ਉਹਦੇ ਘਰ ਵਾਲੇ ਦੀ ਜਿਹੜੀ ਭੈਣ ਆ ਉਹਦੀ ਨਨਾਣ ਸੈਤੀ। ਇਹ ਬਹੁਤ ਸਾਰੇ ਬੱਚਿਆਂ ਨੇ ਜਿਨ੍ਹਾਂ ਨੇ ਨਹੀਂ ਪਹਿਲਾਂ ਕਿਤੇ ਨਾਮ ਸੁਣਿਆ ਉਹਨਾਂ ਲਈ ਅਜੀਬ ਲੱਗਦਾ ਹੋਊਗਾ। ਉਹਦੀ ਨਨਾਣ ਦਾ ਨਾਮ ਆ ਸੈਤੀ। ਉਹ ਮੁਰਾਦ ਨਾਂ ਦੇ ਕਿਸੇ ਬਲੋਚ ਨੂੰ ਪਿਆਰ ਕਰਦੀ ਸੀ। ਉਹ ਵੀ ਅੱਗੇ ਉਹਦਾ ਵੀ ਕਿਸੇ ਨਾਲ ਪ੍ਰੇਮ ਸੰਬੰਧ ਸੀ। ਉਹਨੇ ਆਪਣੀ ਸਾਰੀ ਕਹਾਣੀ ਆਪਣੀ ਭਾਬੀ ਨੂੰ ਦੱਸਤੀ। ਉਹਦੀ ਭਾਬੀ ਨੇ ਸਾਰੀ ਕਹਾਣੀ ਸੈਤੀ ਨੂੰ ਦੱਸਤੀ ਕਿ ਮੈਂ ਵੀ ਭਾਈ ਧੱਕੇ ਨਾਲ ਤੇਰੇ ਭਰਾ ਨਾਲ ਵਿਆਹੀ ਹਾਂ, ਮੈਂ ਜਿਹੜੇ ਮੁੰਡੇ ਨੂੰ ਪਿਆਰ ਕਰਦੀ ਸੀ ਉਹਦਾ ਨਾਮ ਰਾਂਝਾ। ਉਹ ਇਸ ਤਰ੍ਹਾਂ ਸਾਰੀ ਕਹਾਣੀ ਇੱਕ ਦੂਜੇ ਨਾਲ ਸਾਂਝੀ ਕਰ ਲੈਂਦੇ ਨੇ। ਛੇਤੀ ਹੀ ਹੀਰ ਅਤੇ ਸੈਤੀ ਇੱਕ ਦੂਜੇ ਨਾਲ ਆਪਣੇ ਮਨ ਦਾ ਭੇਤ ਸਾਂਝਾ ਕਰਨ ਲੱਗੀਆਂ। ਇੱਕ ਦੂਜੇ ਨੇ ਆਪਣੀ ਗੱਲਬਾਤ ਸਾਰੀ ਦੱਸਤੀ। ਇਸ ਉਪਰੰਤ ਹੀਰ ਜੋਗੀ ਬਣੇ ਰਾਂਝੇ ਨੂੰ ਸੈਤੀ ਰਾਹੀਂ ਮਿਲਣ ਲੱਗੀ। ਹੁਣ ਜਿਹੜੀ ਹੀਰ ਆ ਕਹਿੰਦੇ ਕਿਹਾ ਜਾਂਦਾ ਸੈਤੀ ਨੂੰ ਨਾਲ ਸਹਿਮਤ ਕਰਕੇ ਨਾ ਉਹ ਫਿਰ ਜਿਹੜਾ ਰਾਂਝਾ ਜੋਗੀ ਬਣ ਕੇ ਉਹਨੂੰ ਕਹਿੰਦਾ ਸੀ ਵੀ ਮੈਂ ਟਿੱਲੇ 'ਤੇ ਬੈਠਾ, ਮੈਂ ਬਾਹਰ ਹਾਂ, ਪਿੰਡ ਤੋਂ ਬਾਹਰ ਹਾਂ। ਕਿਤੇ ਵੀ ਉਹਨੂੰ ਮਿਲਦੀ ਉਹਦੇ ਨਾਲ ਗੱਲਬਾਤ ਕਰਨ ਲੱਗ ਪਈ ਹੀਰ। ਕੁਝ ਸਮੇਂ ਪਿੱਛੋਂ ਸੈਤੀ ਦੀ ਸਹਾਇਤਾ ਨਾਲ ਹੀਰ ਅਤੇ ਰਾਂਝਾ ਰੰਗਪੁਰ ਤੋਂ ਭੱਜ ਗਏ। ਇਹ ਕਿੱਸੇ ਦੇ ਵਿੱਚ ਬੇਟਾ ਇੱਦਾਂ ਬਿਆਨ ਕੀਤਾ। ਬਹੁਤ ਸਾਰੇ ਜਿਹੜੇ ਕਿੱਸੇ ਕਹਾਣੀਆਂ ਜੋ ਤੁਸੀਂ ਪੜ੍ਹਦੇ ਹੋ, ਜੇ ਤੁਸੀਂ ਵਾਰਿਸ ਸ਼ਾਹ ਦੀ ਹੀਰ ਪੜ੍ਹੋਗੇ ਬੇਟਾ ਉਹਦੇ ਵਿੱਚ ਤੁਹਾਨੂੰ ਇੱਦਾਂ ਦਾ ਕੁਝ ਵੀ ਨਹੀਂ ਮਿਲਣਾ। ਉਹ ਇਹਦੇ ਨਾਲੋਂ ਡਿਫਰੈਂਟ ਕਿੱਸਾ। ਕਿਹਾ ਜਾਂਦਾ ਕਿ ਕੁਝ ਸਮੇਂ ਪਿੱਛੋਂ ਸੈਤੀ ਦੀ ਸਹਾਇਤਾ ਨਾਲ ਹੀਰ ਅਤੇ ਰਾਂਝਾ ਰੰਗਪੁਰ ਤੋਂ ਭੱਜ ਗਏ। ਪਤਾ ਲੱਗਣ ਉੱਤੇ ਰੰਗਪੁਰ ਖੇੜਿਆਂ ਦੇ ਬੰਦੇ ਉਹਨਾਂ ਨੂੰ ਫੜਨ ਲਈ ਦੌੜੇ। ਜਦੋਂ ਇਹ ਗੱਲ ਦਾ ਪਤਾ ਲੱਗਿਆ ਨਾ ਰੰਗਪੁਰ ਖੇੜਿਆਂ ਦੇ ਬੰਦਿਆਂ ਨੇ ਦੌੜ ਕੇ ਉਹਨਾਂ ਨੂੰ ਫੜ ਲਿਆ। ਅਖੀਰ ਉਹਨਾਂ
ਨੇ ਪਿੱਛਾ ਕਰਦਿਆਂ ਇਸ ਪ੍ਰੇਮੀ ਜੋੜੇ ਨੂੰ ਫੜ ਲਿਆ। ਉਹ ਭੱਜੇ ਤੇ ਉਹਨਾਂ ਨੂੰ ਦੋਨਾਂ ਨੂੰ, ਹੀਰ ਅਤੇ ਰਾਂਝੇ ਨੂੰ ਫੜ ਲਿਆ। ਤਦ ਕਹਿੰਦੇ ਇਹ ਮਾਮਲਾ ਕੋਟ ਕਬੂਲੇ ਦੇ ਕਾਜੀ ਕੋਲ ਗਿਆ। ਹੁਣ ਜੇ ਇਹਦੇ ਵਿੱਚ ਕਹਾਣੀ 'ਚ ਤੁਹਾਨੂੰ ਤੁਹਾਡੇ ਪਾਠ ਪੁਸਤਕ ਦੇ ਆਧਾਰ 'ਤੇ ਬੇਟਾ ਪ੍ਰਸ਼ਨ ਪੁੱਛ ਲਿਆ ਜਾਂਦਾ ਕਿ ਹੀਰ ਅਤੇ ਰਾਂਝੇ ਨੂੰ ਕਿੱਥੋਂ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਾਂ ਕਿਹੜੇ ਕਾਜੀ ਕੋਲ ਲੈ ਕੇ ਗਏ, ਤਾਂ ਉੱਥੇ ਆਪਸ਼ਨਾਂ ਹੋਣਗੀਆਂ। ਉਹਦੇ ਵਿੱਚ ਕੋਟ ਕਬੂਲੇ ਲਿਖਿਆ ਹੋ ਸਕਦਾ, ਇਸ ਕਰਕੇ ਧਿਆਨ ਨਾਲ ਇਹਨੂੰ ਪੜ੍ਹਨਾ। ਅਤੇ ਹੀਰ ਕਿੱਥੇ ਵਿਆਹੀ ਹੋਈ ਸੀ, ਇਸ ਚੀਜ਼ ਨੂੰ ਵੀ ਢੰਗ ਨਾਲ ਪੜ੍ਹਨਾ। ਹੀਰ ਦੀ ਨਨਾਣ ਦਾ ਕੀ ਨਾਮ ਸੀ, ਇਸ ਸਹਿਤੀ ਨੂੰ ਵੀ ਢੰਗ ਨਾਲ ਪੜ੍ਹਨਾ। ਉਹਦਾ ਵਿਆਹ ਕਿਸ ਨਾਲ ਹੁੰਦਾ, ਉਸ ਵਿਅਕਤੀ ਦਾ ਨਾਮ ਸੈਦਾ, ਉਹ ਕਿੱਥੋਂ ਦਾ ਵਿਆਹ ਹੋਇਆ ਸੀ, ਰੰਗਪੁਰ ਖੇੜਿਆਂ ਦਾ। ਸੋ ਇਹ ਸਾਰੀਆਂ ਜਿਹੜੀ ਗੱਲਬਾਤ ਨੂੰ ਨਾਲੋਂ ਨਾਲ ਸਮਝਦੇ ਵੀ ਜਾਣਾ। ਹੁਣ ਕਹਿੰਦੇ ਵੀ ਜਦੋਂ ਉਹਨਾਂ ਨੂੰ ਫੜ ਲਿਆ ਜਾਂਦਾ ਤਦ ਇਹ ਮਾਮਲਾ ਕੋਟ ਕਬੂਲੇ ਦੇ ਕਾਜੀ ਕੋਲ ਗਿਆ। ਉਸ ਨੇ ਦੋਹਾਂ ਧਿਰਾਂ ਨੂੰ ਸੁਣਨ ਪਿੱਛੋਂ ਫੈਸਲਾ ਹੀਰ ਰਾਂਝੇ ਦੇ ਹੱਕ ਵਿੱਚ ਕਰ ਦਿੱਤਾ। ਹੁਣ ਇਹ ਕਿਹਾ ਜਾਂਦਾ, ਕਹਿੰਦੇ ਕਾਜੀ ਨੇ ਜਦੋਂ ਸੁਣਿਆ, ਉਹ ਕਹਿੰਦੀ ਕਿ ਮੇਰੇ ਪਿਓ ਨੇ ਮੇਰੇ ਮਤਲਬ ਧੱਕੇ ਨਾਲ ਜਿਹੜਾ ਵਿਆਹ ਸੈਦੇ ਨਾਲ ਕਰ ਦਿੱਤਾ ਅਤੇ ਮੈਂ ਸੈਦੇ 'ਤੇ ਰਹਿਣਾ ਨਹੀਂ ਚਾਹੁੰਦੀ, ਮੈਂ ਰਾਂਝੇ ਨੂੰ ਪਿਆਰ ਕਰਦੀ, ਇਸ ਕਰਕੇ ਮੈਂ ਇਹਦੇ ਨਾਲ ਹੀ ਜਾਊਂ। ਅਤੇ ਰਾਂਝੇ ਨੇ ਵੀ ਕਿਹਾ ਕਿ ਮੈਂ 12 ਸਾਲ ਤੋਂ ਹੀਰ ਦੇ ਮੱਝਾਂ ਚਰਾਉਂਦਾ ਰਿਹਾ, ਮੈਂ ਇਹਨੂੰ ਜਾਣਦਾ, ਮੈਂ ਇਹਦੇ ਨਾਲ ਵਿਆਹ ਕਰਾਉਣਾ ਸੀ, ਇਕੱਠੇ ਰਹਾਂਗੇ। ਚਲੋ ਜੋ ਵੀ ਉੱਥੇ ਫੈਸਲਾ ਹੋਇਆ, ਅਤੇ ਫੈਸਲਾ ਜਿਹੜਾ ਹੀਰ ਅਤੇ ਰਾਂਝੇ ਦੇ ਕਿਹਾ ਜਾਂਦਾ ਕਿ ਹੱਕ ਵਿੱਚ ਕਰ ਦਿੱਤਾ ਗਿਆ। ਇੱਕ ਰਵਾਇਤ ਅਨੁਸਾਰ ਇਸ ਪਿੱਛੋਂ ਹੀਰ ਅਤੇ ਰਾਂਝਾ ਚੂਚਕ ਕੋਲ ਆ ਗਏ। ਹੁਣ ਜਿਹੜੀ ਹੀਰ ਆ ਬੇਟਾ ਸਿਆਲਾਂ ਦੇ ਚੂਚਕ ਕੋਲ ਆ ਗਈ, ਆਪਣੇ ਪਿਤਾ ਕੋਲੇ ਆ ਗਈ। ਫਿਰ ਹੀਰ ਦੇ ਮਾਪਿਆਂ ਦੀ ਸਹਿਮਤੀ ਪਿੱਛੋਂ ਸੁਖੀ ਵਸਣ ਲੱਗੇ। ਹੁਣ ਕਹਿੰਦੇ ਫਿਰ ਹੀਰ ਦੇ ਮਾਪਿਆਂ ਦੀ ਸਹਿਮਤੀ ਪਿੱਛੋਂ ਉਹ ਸੁਖੀ ਵਸਣ ਲੱਗੇ। ਇੱਕ ਕਹਾਣੀ ਦਾ ਬੇਟਾ ਇੱਦਾਂ ਉਹਦਾ ਐਂਡ ਕਰਦੀ ਆ ਕਿ ਸਹਿਤੀ ਦੀ ਮਦਦ ਨਾਲ ਰਾਂਝਾ ਉਹਦੇ ਪਿੰਡ ਜੋਗੀ ਬਣ ਕੇ ਜਾਂਦਾ, ਉੱਥੋਂ ਨੂੰ ਭਜਾ ਲਿਆਉਂਦਾ। ਜਦੋਂ ਫੜੇ ਜਾਂਦੇ ਨੇ ਕਾਜੀ ਕੋਲੇ, ਜਦੋਂ ਮਸਲਾ ਜਾਂਦਾ ਅਤੇ ਕਾਜੀ ਉਹਨਾਂ ਦੇ ਹੱਕ 'ਚ ਫੈਸਲਾ ਸੁਣਾ ਦਿੰਦਾ, ਅਤੇ ਚੂਚਕ ਕੋਲੇ ਜਾ ਕੇ ਉਹ ਆਗਿਆ ਲੈਂਦੀ ਹੈ ਕਿ ਮੈਂ ਹੁਣ ਆਪਣਾ ਜਿਹੜਾ ਕਾਜੀ ਕੋਲੋਂ ਫੈਸਲਾ ਪਿਤਾ ਜੀ ਇਹ ਕਰਾ ਲਿਆ। ਕਹਿੰਦੇ ਫਿਰ ਹੀਰ ਅਤੇ ਰਾਂਝਾ ਖੁਸ਼ੀ ਰਹਿ ਰਹੇ ਨੇ, ਬਸ ਰਹੇ ਨੇ, ਉਹ ਜੀਵਨ ਗੁਜ਼ਰ ਬਸਰ ਕਰ ਰਹੇ ਨੇ। ਇੱਕ ਰਵਾਇਤ ਆ ਬੇਟਾ ਐਂ ਕਹਿੰਦੀ ਹੈ ਕਿੱਸੇਕਾਰਾਂ ਦੀ, ਕਹਾਣੀਕਾਰਾਂ ਦੀ, ਜਿਨ੍ਹਾਂ ਨੇ ਵੀ ਹੀਰ ਦਾ ਕਿੱਸਾ ਲਿਖਿਆ ਜਾਂ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇੱਕ ਰਵਾਇਤ ਇਸ ਦੇ ਉਲਟਾ। ਹੁਣ ਉਹ ਦੂਸਰੀ ਰਵਾਇਤ ਦੇਖੋ ਕੀ ਕਹਿੰਦੀ ਹੈ। ਮਤਲਬ ਕਿੱਸੇ ਨੂੰ ਬੇਟਾ ਇੱਥੇ ਜਿਹੜਾ ਇਹਦਾ ਐਂਡ ਆ ਨਾ, ਉਹ ਦੋ ਭਾਗਾਂ ਵਿੱਚ ਸਮਝਣ ਦੀ ਲੋੜ ਆ। ਆਓ ਪੜ੍ਹਦੇ ਹਾਂ ਦੂਸਰੀ ਰਵਾਇਤ ਕੀ ਕਹਿੰਦੀ ਹੈ। ਦੂਜੀ ਰਵਾਇਤ ਅਨੁਸਾਰ ਕਹਿੰਦੇ ਜਦੋਂ ਇਹ ਜੋੜੀ ਹੀਰ ਦੇ ਮਾਪਿਆਂ ਕੋਲ ਪਹੁੰਚੀ, ਸਿਆਲਕੋਟ ਪਹੁੰਚੀ, ਤਾਂ ਉੱਥੇ ਉਹਨਾਂ ਦੀ ਪ੍ਰੀਤ ਗੁੱਜੀ ਚਾਲ ਦੀ ਸ਼ਿਕਾਰ ਹੋ ਗਈ। ਕਿਉਂਕਿ ਪਿਤਾ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੇਰੀ ਜਿਹੜੀ ਧੀ ਆ ਉਹ ਇਹਨੂੰ ਪਿਆਰ ਕਰਦੀ ਆ, ਰਾਂਝੇ ਨੂੰ, ਤਾਂ ਹੀ ਉਹਦਾ ਵਿਆਹ ਕੀਤਾ ਸੀ। ਹੀਰ ਦੇ ਮਾਪਿਆਂ ਨੇ ਮਚਲੇ ਹੋ ਕੇ ਰਾਂਝੇ ਨੂੰ ਕਿਹਾ ਕਿ ਉਹ ਬਕਾਇਦਾ ਜੰਜ ਲੈ ਕੇ ਹੀਰ ਨੂੰ ਵਿਆਹ ਕੇ ਲੈ ਜਾਵੇ। ਉਹਨੂੰ ਕਹਿੰਦੇ ਚਲੋ ਭਾਈ, ਜਦੋਂ ਤੁਹਾਡਾ ਉੱਥੇ ਫੈਸਲਾ ਹੋ ਗਿਆ, ਤੂੰ ਹੁਣ ਬਕਾਇਦਾ ਉਰੇ ਆਈ, ਜੰਜ ਲੈ ਕੇ ਆਈ, ਹੀਰ ਨੂੰ ਵਿਆਹ ਕੇ ਲੈ ਜੀ। ਹੁਣ ਬੇਟਾ ਰਾਂਝੇ ਦੇ ਮਨ ਦੇ ਵਿੱਚ ਵੀ ਇਹ ਸਵਾਲ ਸੀ ਕਿ ਮੈਂ ਮੇਰੀ ਭਾਬੀਆਂ ਨੂੰ ਕਹਿ ਕੇ ਆਇਆ ਨਾ ਮੈਂ ਸਿਆਲਾਂ ਦੀ ਹੀਰ ਵਿਆਹ ਕੇ ਲਿਆਊਂ, ਵੀ ਹੁਣ ਮੈਂ ਘਰੇ ਜਾ ਕੇ ਮਤਲਬ ਥੋੜ੍ਹਾ ਜਿਹਾ ਆਪਦੀ ਟੌਰ ਬਣਾਊਂਗਾ। ਹੁਣ ਮੈਂ ਕਹਿਣਾ ਜਾ ਕੇ ਮੇਰੇ ਭਰਾਵਾਂ ਨੂੰ ਵੀ ਚਲੋ ਵੀ ਬਰਾਤ ਲੈ ਕੇ ਆਪਾਂ ਹੀਰ ਵਿਆਹ ਕੇ ਲਿਆਉਂਦੇ ਹਾਂ। ਹੀਰ ਦੇ ਮਾਪਿਆਂ ਨੇ ਮਚਲੇ ਹੋ ਕੇ ਰਾਂਝੇ ਨੂੰ ਜਦੋਂ ਇਹ ਕਿਹਾ ਕਿ ਤੂੰ ਬਕਾਇਦਾ ਜੰਜ ਲੈ ਕੇ ਆਈ, ਰਾਂਝਾ ਉਹਨਾਂ ਦੀ ਗੱਲ ਮੰਨ ਕੇ ਆਪਣੇ ਪਿੰਡ ਵਿਆਹ ਦਾ ਪ੍ਰਬੰਧ ਕਰਨ ਲਈ ਚਲਾ ਗਿਆ। ਕੁੜੀ ਨੂੰ ਉੱਥੇ ਛੱਡ ਗਿਆ ਅਤੇ ਆਪ ਚਲਿਆ ਗਿਆ ਜੰਜ ਲੈਣ। ਪਿੱਛੋਂ ਹੀਰ ਦੇ ਮਾਪਿਆਂ ਨੇ ਹੀਰ ਨੂੰ ਮਨ ਘੜਤ ਹੁੰਦਾ ਬੇਟਾ ਆਪਣੇ ਆਪ ਗੱਲ ਬਣਾ ਕੇ ਦੱਸਦੀ ਕਿ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ। ਹੀਰ ਨੂੰ ਕਹਿੰਦੇ ਭਾਈ ਰਾਂਝਾ ਤਾਂ ਐਂ ਕਰਕੇ ਕੋਈ ਲੜਾਈ ਝਗੜਾ ਹੋ ਗਿਆ, ਰਾਂਝੇ ਨੂੰ ਕਿਸੇ ਨੇ ਮਾਰਤਾ। ਇਹ ਸੁਣ ਕੇ ਕਹਿੰਦੇ ਹੀਰ ਬੇਹੋਸ਼ ਹੋ ਗਈ। ਸੁਨੇਹਾ ਸੁਣ ਕੇ ਹੀਰ ਡਿੱਗ ਪਈ। ਤਦ ਹੀ ਹੀਰ ਦੇ ਚਾਚੇ ਕੈਦੋਂ, ਹੁਣ ਇਹ ਕਹਾਣੀ ਦੇ ਵਿੱਚ ਬੇਟਾ ਜਿਹੜੀ ਇਹ ਕਹਾਣੀ ਦੇ ਆਧਾਰ 'ਤੇ ਜੇ ਤੁਹਾਨੂੰ ਸਵਾਲ ਪੁੱਛਿਆ ਜਾਂਦਾ ਵੀ ਹੀਰ ਨੂੰ ਜ਼ਹਿਰ ਕਿਹਨੇ ਪਿਆਈ, ਹੀਰ ਦੇ ਚਾਚੇ ਕੈਦੋਂ ਨੇ ਉਸ ਨੂੰ ਜ਼ਹਿਰ ਪਿਆ ਦਿੱਤੀ। ਉੱਧਰ ਹੀਰ ਦੀ ਮੌਤ ਦੀ ਖਬਰ ਸੁਣ ਕੇ ਰਾਂਝੇ ਨੇ ਵੀ ਪ੍ਰਾਣ ਤਿਆਗ ਦਿੱਤੇ। ਇੱਕ ਕਹਾਣੀਕਾਰ ਇਸ ਤਰ੍ਹਾਂ ਕਹਿੰਦੇ ਨੇ, ਕਿੱਸਾਕਾਰ ਇਸ ਤਰ੍ਹਾਂ ਲਿਖਦੇ ਨੇ। ਇਸ ਕਹਾਣੀ ਦੇ ਦੋ ਐਂਡ ਕੀਤੇ ਗਏ ਨੇ ਹੀਰ ਰਾਂਝੇ ਦੀ ਦੇ। ਅਤੇ ਫਿਰ ਕਹਿੰਦੇ ਐਂਡ 'ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਹੀਰ ਦੀ ਮੌਤ ਹੋ ਗਈ ਤਾਂ ਇਹ ਖਬਰ ਸੁਣ ਕੇ ਰਾਂਝੇ ਨੇ ਵੀ ਆਪਣੇ ਜਿਹੜੇ ਪ੍ਰਾਣ ਤਿਆਗ ਦਿੱਤੇ। ਸੋ ਐਂਡ ਬੇਟਾ ਇਹ ਕਹਾਣੀ ਦਾ ਕੀ ਹੋਇਆ, ਦੁਖਾਂਤ ਭਰਿਆ, ਵੀ ਜਿਹੜੇ ਇਹ ਐਂਡ ਦੇ ਉੱਪਰ ਹੀਰ ਅਤੇ ਰਾਂਝਾ ਵਿਛੜ ਜਾਂਦੇ ਨੇ। ਸੋ ਦੂਸਰੇ ਕਈ ਕਿੱਸਾਕਾਰਾਂ ਨੇ ਇਹ ਲਿਖਿਆ ਕਿ ਹੀਰ ਨੂੰ ਜਦੋਂ ਵਿਆਹ ਦਿੰਦੇ ਨੇ ਤਾਂ ਉਹ ਡੋਲੀ ਦੇ ਵਿੱਚ ਬੈਠੀ, ਜਦੋਂ ਉਹਦਾ ਪਿੰਡ ਲੱਗਦਾ ਉਹਨੂੰ ਕਿ ਲਾਗੇ ਆਉਣ ਵਾਲਾ ਸਹੁਰਾ ਪਿੰਡ, ਅਤੇ ਉਹ ਜ਼ਹਿਰ ਖਾ ਲੈਂਦੀ ਆ, ਅਤੇ ਜਦੋਂ ਉਹਦੇ ਵਿੱਚੋਂ ਕੱਢਦੇ ਨੇ ਉਹ ਮਰ ਜਾਂਦੀ ਹੈ, ਮਰੀ ਹੋਈ ਨਿਕਲਦੀ ਹੈ ਹੀਰ। ਸੋ ਬੇਟਾ ਜੇ ਅਸੀਂ ਗੱਲ ਕਰਦੇ ਹਾਂ ਪ੍ਰੀਤ ਕਹਾਣੀਆਂ ਦੀ, ਇਹਨਾਂ ਦਾ ਐਂਡ ਆ ਜਿਹੜਾ ਉਹ ਮੌਤ ਹੁੰਦੀ ਆ ਜਾਂ ਵਿਛੋੜਾ ਹੁੰਦਾ। ਸੋ ਅਸੀਂ ਇਹਨਾਂ ਕਹਾਣੀਆਂ ਤੋਂ ਬੇਟਾ ਸਿੱਖਿਆ ਇਹ ਲੈਣੀ ਹੈ ਕਿ ਨਾ ਤਾਂ ਅਸੀਂ ਰਾਂਝੇ ਵਾਲੇ ਪੱਖ 'ਤੇ ਜਾਣਕਾਰੀ ਲਓ, ਕਹਿੰਦੇ ਨੇ ਜਾਂ ਤਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ।
ਜਿਹੜੇ ਮੁੰਡੇ ਰਾਂਝਾ ਬਣਨਾ ਚਾਹੁੰਦੇ ਨੇ ਉਹ ਸੋਚਣ ਕਿ ਐਂਡ ਕੀ ਹੋਇਆ, ਮੌਤ। ਜਿਹੜੀਆਂ ਕੁੜੀਆਂ ਮਾਂ-ਬਾਪਿਆਂ ਦੀ ਬਗਾਵਤ ਕਰਦੀਆਂ ਨੇ, ਉਹਨਾਂ ਦਾ ਵਿਆਹ ਕਿਤੇ ਧੱਕੇ ਨਾਲ ਹੋਰ ਕੀਤਾ ਜਾਂਦਾ, ਜਿਸ ਨੂੰ ਉਹ ਪਸੰਦ ਕਰਦੀਆਂ ਨੇ ਉਹਦੇ ਨਾਲ ਵੀ ਨਹੀਂ ਹੁੰਦਾ, ਉਹਨਾਂ ਦੀ ਜ਼ਿੰਦਗੀ ਬਰਬਾਦ। ਤਾਂ ਸਾਨੂੰ ਹੀਰ ਬਣਨ ਲੱਗਿਆਂ ਵੀ ਸੋਚਣਾ ਚਾਹੀਦਾ ਅਤੇ ਰਾਂਝਾ ਬਣਨ ਲੱਗਿਆਂ ਵੀ ਸੋਚਣਾ ਚਾਹੀਦਾ। ਇਹ ਬੇਟਾ ਕਹਾਣੀਆਂ ਤੁਹਾਨੂੰ ਇਹੋ ਜਿਹੀ ਹੀਰ ਜਾਂ ਇਹੋ ਜਿਹਾ ਰਾਂਝਾ ਬਣਨ ਲਈ ਨਹੀਂ ਪ੍ਰੇਰਿਤ ਕਰਦੀਆਂ। ਇਹ ਕਹਾਣੀਆਂ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਅਸੀਂ ਇਹੋ ਜਿਹੇ ਬਣਨਾ ਨਹੀਂ, ਕਿਉਂਕਿ ਜੇਕਰ ਅਸੀਂ ਇਹਨਾਂ ਰਾਹਾਂ 'ਤੇ ਚੱਲਦੇ ਹਾਂ ਤਾਂ ਮਾਂ ਪਿਓ ਦੀ ਇੱਜ਼ਤ ਰੁਲਦੀ ਆ, ਭੈਣ ਭਾਈਆਂ ਤੋਂ ਅਸੀਂ ਵਿਛੜ ਜਾਂਦੇ ਹਾਂ ਅਤੇ ਐਂਡ ਕੀ ਹੁੰਦਾ, ਮੌਤ ਜਾਂ ਬਹੁਤ ਵੱਡੀ ਤੜਫ, ਵਿਛੋੜਾ। ਇਹ ਚੀਜ਼ਾਂ ਇਹਨਾਂ ਰਾਹਾਂ 'ਚ ਸਾਡੇ ਪੱਲੇ ਪੈਂਦੀਆਂ ਨੇ। ਸੋ ਇਹ ਕਹਾਣੀਆਂ ਬੇਟਾ ਤੁਹਾਡੇ ਪਾਠ ਪੁਸਤਕ ਦਾ ਹਿੱਸਾ ਤਾਂ ਬਣਾਈਆਂ ਗਈਆਂ ਨੇ ਕਿ ਤੁਸੀਂ ਇਹਨਾਂ ਤੋਂ ਜਾਣੂ ਹੋਵੋ, ਐਸੇ ਨਾ ਬਣੋ। ਸਮਾਜ ਦੇ ਵਿੱਚ ਤੁਸੀਂ ਉਹ ਹੀਰ ਬਣੋ ਜਿਸ ਨੂੰ ਆਪਣੇ ਬਾਬਲ ਦੀ ਪੱਗ, ਆਪਣੇ ਵੀਰ ਦੀ ਪੱਗ, ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਹੋਵੇ। ਜੇ ਤੁਸੀਂ ਰਾਂਝੇ ਬਣਦੇ ਹੋ ਤਾਂ ਤੁਸੀਂ ਉਹ ਰਾਂਝੇ ਬਣੋ ਜਿਹਦੇ ਆਪਦੇ ਘਰੇ ਵੀ ਇੱਕ ਭੈਣ ਆ, ਉਹ ਵੀ ਹੀਰ ਬਣ ਸਕਦੀ ਹੈ। ਇਹ ਤੁਹਾਡੇ ਡਰ, ਇਹ ਗੱਲ ਤੁਹਾਡੇ ਜ਼ਿਹਨ 'ਚ ਹੋਵੇ, ਇਹ ਗੱਲ ਵੀ ਤੁਹਾਡੇ ਦਿਮਾਗ 'ਚ ਹੋਵੇ ਕਿ ਮੇਰੇ ਘਰ ਭੈਣ ਆ, ਮਾਂ ਬਾਪ ਆ, ਮੇਰਾ ਸਮਾਜ ਆ। ਜੇਕਰ ਮੈਂ ਕਿਸੇ ਦੀ ਭੈਣ ਨੂੰ ਭਜਾ ਕੇ ਲੈ ਕੇ ਆਉਣਾ, ਕਿਸੇ ਦੀ ਭੈਣ ਨਾਲ ਵਿਆਹ ਕਰਵਾਉਣਾ, ਤਾਂ ਕੱਲ੍ਹ ਨੂੰ ਮੇਰੀ ਭੈਣ ਨਾਲ ਵੀ ਵਿਆਹ ਕਰਵਾ ਸਕਦਾ। ਸੋ ਬੇਟਾ ਜਿਹੜੀਆਂ ਇਹ ਕਹਾਣੀਆਂ ਨੇ, ਜਿਹੜੇ ਇਹ ਕਿੱਸੇ ਨੇ, ਉਹ ਤੁਹਾਨੂੰ ਇਹ ਨਹੀਂ ਕਿ ਇਸ ਤਰ੍ਹਾਂ ਬਣਨ ਲਈ ਪ੍ਰੇਰਿਤ ਕਰਦੇ ਨੇ, ਈਵਨ ਕਿ ਇਹ ਐਗਜ਼ਾਮਪਲਾਂ ਨੇ ਕਿ ਇਹਨਾਂ ਰਸਤਿਆਂ ਦੇ ਵਿੱਚ ਜਾ ਕੇ ਜਿਹੜੇ ਤੁਸੀਂ ਜੀਵਨ ਦੇ ਵਿੱਚ ਦੁੱਖ ਤਕਲੀਫਾਂ ਕਿਸ ਢੰਗ ਨਾਲ ਸਾਹਮਣਾ ਇਹਨਾਂ ਦਾ ਕਰੋਗੇ ਜਾਂ ਤੁਹਾਡੇ ਜੀਵਨ 'ਚ ਆ ਸਕਦੀਆਂ ਨੇ। ਸਾਨੂੰ ਇਹ ਚੀਜ਼ਾਂ ਨੂੰ ਸਮਝਣ ਲਈ ਬੇਟਾ ਇਹ ਜਿਹੜੀਆਂ ਕਹਾਣੀਆਂ ਤੁਹਾਡੇ ਸਿਲੇਬਸ ਦਾ ਹਿੱਸਾ ਬਣਾਈਆਂ ਨੇ ਵੀ ਇਹਨਾਂ ਤੋਂ ਪੜ੍ਹ ਕੇ ਅਸੀਂ ਸਿੱਖਿਆ ਲਈਏ, ਅਜਿਹੇ ਨਾ ਬਣੀਏ, ਇਸ ਤੋਂ ਅੱਛਾ ਜਿਹੜਾ ਕਿਰਦਾਰ ਆ, ਕਰੈਕਟਰ ਆਪਣਾ ਮੋਰਲ ਕਰੈਕਟਰ ਉਹ ਬਣਾਈਏ। ਸੋ ਇਹ ਕਹਾਣੀਆਂ ਸਾਡੇ ਪੰਜਾਬੀ ਸੱਭਿਆਚਾਰ ਦਾ, ਸਾਡੇ ਸਾਹਿਤ ਦਾ ਬੇਟਾ ਅਨਿੱਖੜਵਾਂ ਅੰਗ ਹਨ। ਸੋ ਆਓ ਆਪਾਂ ਇਸ ਕਹਾਣੀ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹਨਾਂ 'ਤੇ ਝਾਤ ਮਾਰਦੇ ਹਾਂ। ਇਹਨਾਂ ਕਹਾਣੀਆਂ ਦੇ ਵਿੱਚੋਂ ਜਿਹੜੇ ਤੁਹਾਨੂੰ ਸਵਾਲ ਐਗਜ਼ਾਮੀਨੇਸ਼ਨ ਦੇ ਵਿੱਚ ਪੁੱਛੇ ਜਾ ਸਕਦੇ ਨੇ ਉਹਨਾਂ 'ਤੇ ਆਪਾਂ ਵਿਚਾਰ ਚਰਚਾ ਕਰਦੇ ਹਾਂ। ਪਹਿਲਾ ਹੈ ਕਿ ਰਾਂਝਾ ਕੌਣ ਸੀ, ਉਸ ਨੂੰ ਆਪਣਾ ਘਰ ਕਿਉਂ ਛੱਡਣਾ ਪਿਆ। ਉੱਤਰ ਹੈ ਰਾਂਝਾ ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦੇ 8 ਪੁੱਤਰਾਂ ਵਿੱਚੋਂ ਸਭ ਨਾਲੋਂ ਛੋਟਾ ਸੀ। ਮਤਲਬ 7 ਭਰਾ ਵੱਡੇ ਸੀ, ਇਹ 8ਵਾਂ ਸੀ, ਛੋਟਾ ਸੀ ਸਾਰਿਆਂ ਨਾਲੋਂ। ਇਹਦੇ ਪਿਤਾ ਦਾ ਨਾਮ ਸੀ ਮੌਜੂ, ਇਹਦੇ ਪਿੰਡ ਦਾ ਨਾਮ ਸੀ ਤਖਤ ਹਜ਼ਾਰਾ। ਇਹ ਬੇਟੇ ਦੀ ਆਇਡੈਂਟੀਟੀ 'ਚ 3 ਸਵਾਲ ਬਣਦੇ ਨੇ ਇੱਕ ਲਾਈਨ ਦੇ ਵਿੱਚੋਂ ਹੀ। ਉਸ ਦੇ ਪਿਤਾ ਦੀ ਮੌਤ ਪਿੱਛੋਂ ਹੋਈ ਜ਼ਮੀਨ ਦੀ ਵੰਡ ਵਿੱਚ ਉਸ ਨੂੰ ਸਭ ਨਾਲੋਂ ਮਾੜੀ ਜ਼ਮੀਨ ਦਿੱਤੀ ਗਈ। ਉਸ ਦੀਆਂ ਭਾਬੀਆਂ ਉਸ ਨੂੰ ਸਿਆਲਾਂ ਦੀ ਹੀਰ ਵਿਆਹੁਣ ਜਾਂ ਹੀਰ ਵਿਆਹ ਕੇ ਲਿਆਉਣ ਦੇ ਤਾਨੇ ਮਾਰਦੀਆਂ ਸਨ, ਇਸੇ ਕਰਕੇ ਉਸ ਨੂੰ ਆਪਣਾ ਘਰ ਛੱਡਣਾ ਪਿਆ। ਪਹਿਲੀ ਤਾਂ ਗੱਲ ਬੇਟਾ ਹੀਰ ਦਾ ਤਾਨਾ, ਇਹ ਕੋਈ ਵੱਡਾ ਤਾਨਾ ਨਹੀਂ ਸੀ। ਚਲੋ ਵੱਡੀ ਗੱਲ ਸੀ ਇਹ ਛੋਟਾ ਹੋਣ ਕਰਕੇ ਜਿਹੜੀ ਜ਼ਮੀਨ ਸੀ ਬੇਟਾ, ਜਿਵੇਂ ਅਸੀਂ ਕਹਦੇ ਵੀ ਅਣ ਉਪਜਾਊ ਜ਼ਮੀਨ ਉਹਦੇ ਹਿੱਸੇ ਆ ਗਈ। ਸੋ ਘਰ ਦੇ ਵਿੱਚ ਭਾਈਆਂ ਦੇ ਵਿੱਚ ਪਈ ਵੰਡ, ਕਾਣੀ ਵੰਡ, ਜਿਸ ਤੋਂ ਨਿਰਾਸ਼ ਹੋ ਕੇ ਵੀ ਉਹਨੇ ਆਪਣਾ ਜਿਹੜਾ ਘਰ ਆ ਉਹ ਛੱਡਿਆ। ਸੋ ਕਹਾਣੀ ਦੇ ਵਿੱਚ ਬੇਟਾ ਇੰਟਰਸਟ ਪੈਦਾ ਕਰਨ ਲਈ ਇਸ ਕਹਾਣੀ ਦੇ ਵਿੱਚ ਇਹ ਕਿਹਾ ਜਾਂਦਾ ਕਿ ਉਹ ਸਿਆਲਾਂ ਦੀ ਹੀਰ ਦੀ ਤਲਾਸ਼ ਦੇ ਵਿੱਚ ਘਰ ਛੱਡ ਗਿਆ। ਸੋ ਅਸੀਂ ਇਹ ਵੀ ਦੇਖਣਾ ਕਿ ਸਮਾਜ ਦੀ ਕਾਣੀ ਵੰਡ ਉਸ ਟਾਈਮ ਵੀ ਸੀ ਜਿਹੜੀ ਅਸੀਂ ਅੱਜ ਕਹਿੰਦੇ ਹਾਂ ਨਾ, ਕਿ ਉਸ ਸਮੇਂ ਵੀ ਸੀ। ਅੱਜ ਅਸੀਂ ਬਹੁਤ ਸਾਰੇ ਕਿੱਸੇ ਕਹਾਣੀਆਂ YouTube ਦੇ ਉੱਪਰ ਵੇਖਦੇ ਹਾਂ ਕਿ ਜ਼ਮੀਨ ਲਈ ਇੱਕ ਮੁੰਡਾ ਆਪਣੇ ਪਿਓ ਦਾ ਕਤਲ ਕਰ ਦਿੰਦਾ, ਇੱਕ ਭਰਾ ਆਪਣੇ ਭਰਾ ਦਾ ਕਤਲ ਕਰ ਦਿੰਦਾ। ਇਹ ਅੱਜ ਦੇ ਸਮੇਂ ਦੀ ਕਹਾਣੀ ਨਹੀਂ, ਇਹ ਤਾਂ ਹੀਰ ਰਾਂਝੇ ਦੇ ਸਮੇਂ 'ਚ ਵੀ ਭਰਾਵਾਂ ਦੇ ਵਿੱਚ ਜਿਹੜੇ ਕਾਣੀ ਵੰਡ ਦਾ ਇਹ ਰੀਤ ਜਿਹੜੀ ਸੀ ਉਹ ਪ੍ਰਚਲਿਤ ਸੀ। ਇੱਥੇ ਇਹ ਵੀ ਬਿਆਨ ਕਰਦੀ ਆ। ਪ੍ਰਸ਼ਨ ਨੰਬਰ ਆੜਾ, ਰਾਂਝੇ ਦੀ ਹੀਰ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ। ਉਹ ਤੁਹਾਨੂੰ ਵੀ ਪਤਾ, ਉਹਦੀ ਜਦੋਂ ਬੇੜੀ 'ਚ ਸੁੱਤਾ ਪਿਆ ਸੀ, ਸ਼ਮਕਾਂ ਮਾਰੀਆਂ, ਪਹਿਲੀ ਮੁਲਾਕਾਤ ਉੱਥੇ ਹੁੰਦੀ ਆ। ਰਾਂਝਾ ਜਦੋਂ ਘਰੋਂ ਨਿਕਲਿਆ ਤਾਂ ਦਰਿਆ ਝਨਾ ਪਾਰ ਕਰਨ ਲਈ ਉੱਥੇ ਖੜੀ ਇੱਕ ਬੇੜੀ ਵਿੱਚ ਬੈਠ ਗਿਆ। ਇਸ ਵਿੱਚ ਪਏ ਪਲੰਗ 'ਤੇ ਆਰਾਮ ਕਰਨ ਲਈ ਲੇਟਦਿਆਂ ਸਾਰ ਹੀ ਉਸ ਨੂੰ ਨੀਂਦ ਆ ਗਈ। ਹੀਰ ਇੱਕ ਅਜਨਬੀ ਨੂੰ ਆਪਣੇ ਪਲੰਗ 'ਤੇ ਸੁੱਤੇ ਪਏ ਨੂੰ ਦੇਖ ਕੇ ਗੁੱਸੇ ਵਿੱਚ ਰਾਂਝੇ ਨੂੰ ਸ਼ਮਕਾਂ ਮਾਰਨ ਲੱਗੀ। ਇੰਜ ਹੀਰ ਅਤੇ ਰਾਂਝੇ ਦੀ ਪਹਿਲੀ ਮੁਲਾਕਾਤ ਹੋਈ ਸੀ। ਉਸ ਬੇੜੀ ਦੇ ਵਿੱਚ ਬੇਟਾ ਹੀਰ ਅਤੇ ਰਾਂਝਾ ਇੱਕ ਦੂਜੇ ਨੂੰ ਪਹਿਲੀ ਵਾਰ ਮਿਲਦੇ ਨੇ। ਅਗਲਾ ਪ੍ਰਸ਼ਨ ਹੈ ਈੜੀ, ਕਹਿੰਦੇ ਰਾਂਝਾ ਜੋਗੀ ਕਿਵੇਂ ਬਣ ਗਿਆ। ਉੱਤਰ ਹੈ ਕਿ ਜਦੋਂ ਹੀਰ ਦਾ ਵਿਆਹ ਰੰਗਪੁਰ ਖੇੜਿਆਂ ਦੇ ਸੈਦੇ ਨਾਲ ਕਰ ਦਿੱਤਾ ਗਿਆ ਤਾਂ ਰਾਂਝਾ ਉਦਾਸ ਹੋ ਗਿਆ। ਉਸ ਨੇ ਹੀਰ ਦੇ ਸਹੁਰੇ ਪਿੰਡ ਜੋਗੀ ਦੇ ਭੇਸ ਵਿੱਚ ਜਾਣਾ ਸੀ। ਉਹਨੇ ਮੰਦਰਾਂ ਪਵਾ ਕੇ ਭਗਵਾਂ ਭੇਸ ਜੋਗੀ ਬਣ ਕੇ ਉਹਨੇ ਸੋਚਿਆ ਕਿ ਹੀਰ ਨੂੰ ਇਸ ਢੰਗ ਨਾਲ ਮਿਲਿਆ ਜਾ ਸਕਦਾ। ਉਸ ਨੇ ਹੀਰ ਦੇ ਸਹੁਰੇ ਪਿੰਡ ਜੋਗੀ ਦੇ ਭੇਸ ਵਿੱਚ ਜਾਣਾ ਸੀ। ਇਸੇ ਕਾਰਨ ਉਸਨੇ
ਬਾਰਨਾਥ ਤੋਂ ਜੋਗ ਲਿਆ ਤੇ ਜੋਗੀ ਬਣ ਕੇ ਉਹਦੇ ਪਿੰਡ ਪਹੁੰਚ ਗਿਆ। ਅੱਗੇ ਹੈਗਾ ਪ੍ਰਸ਼ਨ ਸੱਸਾ, ਹੀਰ ਤੇ ਰਾਂਝੇ ਦਾ ਮਾਮਲਾ ਕਾਜੀ ਕੋਲ ਕਿਉਂ ਪਹੁੰਚਿਆ? ਹੁਣ ਦੇਖੋ ਵੀ ਉਹ ਸਹਿਤੀ ਦੀ ਮਦਦ ਨਾਲ ਜਦੋਂ ਹੀਰ ਨੂੰ ਲੈ ਕੇ ਭੱਜ ਜਾਂਦਾ, ਫਿਰ ਫੜੇ ਜਾਂਦੇ ਨੇ, ਫਿਰ ਪਹੁੰਚਦਾ ਉੱਥੇ। ਆਓ ਪੜ੍ਹਦੇ ਹਾਂ ਉੱਤਰ। ਹੀਰ ਤੇ ਰਾਂਝਾ ਸਹਿਤੀ ਦੀ ਮਦਦ ਨਾਲ, ਹੁਣ ਸਹਿਤੀ ਬੇਟਾ ਉਹਦੀ ਨਨਾਣ ਆ, ਮਦਦ ਨਾਲ ਰੰਗਪੁਰੋਂ ਭੱਜਣ ਵਿੱਚ ਕਾਮਯਾਬ ਹੋ ਗਏ। ਹੁਣ ਭੱਜ ਗਏ ਉੱਥੋਂ। ਉਹਨਾਂ ਦਾ ਪਿੱਛਾ ਕਰ ਰਹੇ ਖੇੜਿਆਂ ਨੇ ਜਦੋਂ ਉਹਨਾਂ ਨੂੰ ਫੜ ਲਿਆ ਤਾਂ ਮਾਮਲਾ ਕਾਜੀ ਕੋਲ ਪਹੁੰਚ ਗਿਆ। ਇਸ ਤਰ੍ਹਾਂ ਬੇਟਾ ਉਹ ਜਦੋਂ ਭੱਜੇ, ਉਹਨੂੰ ਫੜਿਆ ਤੇ ਫੜ ਕੇ ਕਾਜੀ ਕੋਲ ਪੇਸ਼ ਕੀਤਾ। ਇਸ ਤਰ੍ਹਾਂ ਉਹ ਕਾਜੀ ਕੋਲ ਪਹੁੰਚ ਜਾਂਦੇ ਨੇ। ਪ੍ਰਸ਼ਨ ਨੰਬਰ ਹਾਹਾ, ਹੀਰ ਰਾਂਝਾ ਪ੍ਰੀਤ ਕਹਾਣੀ ਦੇ ਅੰਤ ਬਾਰੇ ਦੋ ਰਵਾਇਤਾਂ ਕਿਵੇਂ ਹਨ? ਇੱਕ ਰਵਾਇਤ ਤਾਂ ਬੇਟਾ ਕਹਿੰਦੀ ਹੈ ਵੀ ਉਹ ਆਪਣੇ ਪਿਤਾ ਕੋਲੇ ਚਲੇ ਜਾਂਦੀ ਆ ਜਦੋਂ ਫੜੇ ਜਾਂਦੇ ਨੇ, ਉਸ ਤੋਂ ਬਾਅਦ ਵੀ ਉਹ ਸ਼ਾਂਤਮਈ ਢੰਗ ਨਾਲ ਜੀਵਨ ਬਤੀਤ ਕਰਦੇ ਨੇ। ਦੂਸਰੀ ਦੇ ਵਿੱਚ ਉਹ ਹੈ ਕਿ ਉਹਦੇ ਜਿਹੜਾ ਚੂਚਕ ਆ ਬੇਟਾ, ਉਹਨੂੰ ਕਹਿੰਦਾ ਤੂੰ ਭਾਈ ਬਰਾਤ ਲੈ ਕੇ ਆ, ਰਾਂਝੇ ਨੂੰ ਵਗ ਜਾ। ਰਾਂਝਾ ਉੱਥੇ ਜਾਂਦਾ ਤੇ ਹੀਰ ਨੂੰ ਕਹਿੰਦੇ ਨੇ ਵੀ ਉਹ ਤਾਂ ਮਰ ਗਿਆ, ਤੇ ਉਹ ਬੇਹੋਸ਼ ਹੋ ਜਾਂਦੀ ਹੈ। ਖਬਰ ਸੁਣ ਕੇ ਉਹਦਾ ਚਾਚਾ ਕੈਦੋਂ ਉਹਨੂੰ ਜ਼ਹਿਰ ਪਿਆ ਦਿੰਦਾ, ਤੇ ਜਦੋਂ ਰਾਂਝੇ ਨੂੰ ਖਬਰ ਮਿਲਦੀ ਹੈ ਕਿ ਹੀਰ ਮਰ ਗਈ, ਤੇ ਕਹਿੰਦੇ ਰਾਂਝਾ ਵੀ ਮਰ ਜਾਂਦਾ। ਇਹ ਦੋ ਰਵਾਇਤਾਂ ਨੇ। ਆਓ ਪੜ੍ਹਦੇ ਹਾਂ। ਪਹਿਲੀ ਰਵਾਇਤ ਅਨੁਸਾਰ ਕਾਜੀ ਦੇ ਫੈਸਲੇ ਤੋਂ ਬਾਅਦ ਹੀਰ ਤੇ ਰਾਂਝਾ ਚੂਚਕ ਕੋਲ ਆ ਗਏ ਤੇ ਖੁਸ਼ੀ-ਖੁਸ਼ੀ ਰਹਿਣ ਲੱਗ ਪਏ। ਪਹਿਲੀ ਰਵਾਇਤ ਇਹ ਕਹਿੰਦੀ ਹੈ ਵੀ ਚੂਚਕ ਕੋਲ ਆ ਗਏ ਤੇ ਉੱਥੇ ਖੁਸ਼ੀ-ਖੁਸ਼ੀ ਰਹਿ ਰਹੇ ਨੇ। ਦੂਸਰੀ ਰਵਾਇਤ ਕੀ ਕਹਿੰਦੀ ਹੈ? ਦੂਜੀ ਰਵਾਇਤ ਅਨੁਸਾਰ ਉਹ ਹੀਰ ਦੇ ਮਾਪਿਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ। ਹੀਰ ਦੇ ਮਾਪਿਆਂ ਨੇ ਰਾਂਝੇ ਨੂੰ ਜੰਝ ਲੈ ਕੇ ਆਉਣ ਲਈ ਕਿਹਾ। ਜਦੋਂ ਰਾਂਝਾ ਚਲਾ ਗਿਆ ਤਾਂ ਉਸ ਦੀ ਮੌਤ ਦੀ ਝੂਠੀ ਖਬਰ ਹੀਰ ਨੂੰ ਸੁਣਾਈ ਗਈ। ਹੀਰ ਬੇਹੋਸ਼ ਹੋ ਗਈ ਤੇ ਉਸ ਦੇ ਚਾਚੇ ਕੈਦੋਂ ਨੇ ਉਸ ਨੂੰ ਜ਼ਹਿਰ ਦੇ ਦਿੱਤੀ। ਜਦੋਂ ਰਾਂਝੇ ਨੂੰ ਹੀਰ ਦੀ ਮੌਤ ਦਾ ਪਤਾ ਲੱਗਾ ਤਾਂ ਉਸਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਦੂਸਰੀ ਰਵਾਇਤ ਬੇਟਾ ਇਸ ਕਹਾਣੀ ਦੇ ਵਿੱਚ ਇਹ ਦੱਸਦੀ ਹੈ। ਅੱਗੇ ਹੈ, ਹੀਰ ਨੇ ਰਾਂਝੇ ਨੂੰ ਸ਼ਮਕਾਂ ਕਿਉਂ ਮਾਰੀਆਂ? ਸ਼ਮਕਾਂ ਬੇਟਾ ਚਮੜੇ ਦਾ ਛਾਂਟਾ ਹੁੰਦਾ, ਪਹਿਲਾਂ ਘੋੜਿਆਂ ਨੂੰ ਮਾਰਿਆ ਕਰਦੇ ਸੀ, ਪਰ ਹੁਣ ਲੋਕ ਥੋੜ੍ਹੇ ਸਮਝਦਾਰ ਹੋ ਗਏ, ਹੁਣ ਨਹੀਂ ਮਾਰਦੇ। ਬਟ ਜਿਹੜੇ ਪੋਲੋ ਵਾਲੇ ਨੇ ਜਾਂ ਜਿਹੜੇ ਘੋੜ ਦੌੜਾਕ ਨੇ, ਉਹ ਕਿਤੇ ਨਾ ਕਿਤੇ ਸ਼ਮਕ ਦੀ ਅਜੇ ਵੀ ਵਰਤੋਂ ਕਰਦੇ ਨੇ। ਉੱਤਰ ਹੈ ਕਿ ਹੀਰ ਨੇ ਰਾਂਝੇ ਨੂੰ ਇਸ ਲਈ ਸ਼ਮਕਾਂ ਮਾਰੀਆਂ ਕਿਉਂਕਿ ਕਿਸੇ ਨੇ ਹੀਰ ਨੂੰ ਜਾ ਦੱਸਿਆ ਸੀ ਕਿ ਬੇੜੀ ਵਿਚਲੇ ਉਸ ਦੇ ਪਲੰਘ 'ਤੇ ਕੋਈ ਅਜਨਬੀ ਸੁੱਤਾ ਪਿਆ। ਭਰੀ ਪੀਤੀ ਹੀਰ ਨੇ ਆ ਕੇ ਰਾਂਝੇ ਨੂੰ ਸ਼ਮਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਿਉਂ ਮਾਰੀਆਂ ਸੀ? ਕਿ ਉਹ ਹੀਰ ਦੇ ਪਲੰਘ 'ਤੇ ਸੁੱਤਾ ਪਿਆ ਸੀ, ਕਿਉਂਕਿ ਕੋਈ ਵੀ ਬੰਦਾ, ਉਹ ਸਿਆਲਕੋਟ ਦੇ ਸਰਦਾਰ ਦੀ ਧੀ ਸੀ, ਉਹਦੇ ਪਲੰਘ ਕੀ ਉਹਦੇ ਲਾਗੇ ਵੀ ਪਹੁੰਚਣ ਦੀ ਕੋਸ਼ਿਸ਼ ਨਹੀਂ ਸੀ ਕਰਦਾ। ਉਹਨੇ ਦੇਖਿਆ ਕਿ ਕੌਣ ਆ ਇਹ ਅਜਨਬੀ ਜਿਹੜਾ ਮੇਰੇ ਪਲੰਘ 'ਤੇ ਸੁੱਤਾ ਪਿਆ। ਉਹ ਗੁੱਸੇ ਵਿੱਚ ਆਈ ਹੋਈ ਨੇ, ਉਹਨੇ ਉਹਦੇ ਸ਼ਮਕਾਂ ਮਾਰੀਆਂ ਸਨ। ਅੱਗੇ ਹੈ 2 ਨੰਬਰ, ਹੀਰ ਰਾਂਝੇ ਦੀ ਪ੍ਰੀਤ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਸੋ ਬੇਟਾ ਜਿਵੇਂ ਉੱਪਰ ਤੁਸੀਂ ਕਹਾਣੀ ਸਮਝੀ ਆ, ਇਹਦੇ ਅਕੋਰਡਿੰਗ ਤੁਸੀਂ ਇਹ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਵੀ ਲਿਖ ਸਕਦੇ ਹੋ। ਆਓ ਪੜ੍ਹਦੇ ਹਾਂ 1-2 ਸ਼ਬਦ ਦੇ ਉੱਤਰ। ਹੀਰ ਦੇ ਬਾਪ ਦਾ ਕੀ ਨਾਂ ਸੀ? ਮਲਕ ਚੂਚਕ। ਚੂਚਕ ਕਿੱਥੋਂ ਦਾ ਸਰਦਾਰ ਸੀ? ਉੱਤਰ ਹੈ ਝੰਗ ਸਿਆਲ ਦਾ। ਰਾਂਝੇ ਦੇ ਬਾਪ ਦਾ ਨਾਂ ਕੀ ਸੀ? ਮੌਜੂ। ਚੌਧਰੀ ਮੌਜੂ ਕਿਸ ਪਿੰਡ ਵਿੱਚ ਰਹਿੰਦਾ ਸੀ? ਉੱਤਰ ਹੈ ਤਖਤ ਹਜ਼ਾਰੇ ਵਿੱਚ। ਰਾਂਝੇ ਦੇ ਬਾਪ ਮੌਜੂ ਦੇ ਕਿੰਨੇ ਪੁੱਤਰ ਸਨ? ਉੱਤਰ ਹੈ 8 ਪੁੱਤਰ। ਮੌਜੂ ਦੇ 8 ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਕੌਣ ਸੀ? ਉੱਤਰ ਹੈ ਰਾਂਝਾ। ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਦੀ ਵੰਡ ਸਮੇਂ ਰਾਂਝੇ ਨੂੰ ਕਿਹੋ ਜਿਹੀ ਜ਼ਮੀਨ ਦਿੱਤੀ ਗਈ? ਉੱਤਰ ਹੈ ਸਭ ਤੋਂ ਮਾੜੀ ਜ਼ਮੀਨ। ਰਾਂਝੇ ਨੂੰ ਸਿਆਲਾਂ ਦੀ ਹੀਰ ਵਿਆਹ ਲਿਆਉਣ ਦਾ ਤਾਨਾ ਕਿਸ ਨੇ ਮਾਰਿਆ? ਉੱਤਰ ਹੈ ਰਾਂਝੇ ਦੀਆਂ ਭਰਜਾਈਆਂ ਨੇ। 9 ਨੰਬਰ, ਰਾਂਝਾ ਕਿਸ ਦੀ ਬੇੜੀ ਵਿੱਚ ਪਏ ਪਲੰਘ 'ਤੇ ਸੌਂ ਗਿਆ? ਉੱਤਰ ਹੈ ਹੀਰ ਦੀ ਬੇੜੀ ਦੇ ਵਿੱਚ ਲੱਗੇ ਹੋਏ ਪਲੰਘ 'ਤੇ ਸੌਂ ਗਿਆ ਸੀ, ਹੀਰ ਦੇ ਪਲੰਘ 'ਤੇ। ਹੀਰ ਕਿਸ ਨੂੰ ਸ਼ਮਕਾਂ ਮਾਰਨ ਲੱਗੀ? ਉੱਤਰ ਹੈ ਰਾਂਝੇ ਨੂੰ। ਹੀਰ ਨੇ ਰਾਂਝੇ ਨੂੰ ਆਪਣੇ ਪਿਓ ਕੋਲ ਕਿਹੜੀ ਨੌਕਰੀ ਦਿਵਾ ਦਿੱਤੀ? ਉੱਤਰ ਹੈ ਮੱਝਾਂ ਦੇ ਚਾਰੂ ਦੀ, ਮੱਝਾਂ ਚਾਰਨ ਵਾਲੇ ਦੀ। ਪ੍ਰਸ਼ਨ ਨੰਬਰ 12, ਰਾਂਝੇ ਦੇ ਕਿੰਨੇ ਸਾਲ ਤੱਕ ਹੀਰ ਦੇ ਪਿਓ ਦੀਆਂ ਮੱਝਾਂ ਚਾਰੀਆਂ? ਰਾਂਝੇ ਨੇ ਕਿੰਨੇ ਸਾਲ ਹੀਰ ਦੇ ਪਿਓ ਦੀਆਂ ਮੱਝਾਂ ਚਾਰੀਆਂ? ਉੱਤਰ ਹੈ 12 ਸਾਲ ਤੱਕ। 12 ਸਾਲ ਤੱਕ ਮੱਝਾਂ ਚਰਾਉਂਦਾ ਰਿਹਾ। ਹੀਰ ਕਿੱਥੇ ਵਿਆਹੀ ਗਈ ਸੀ? ਉੱਤਰ ਹੈ ਰੰਗਪੁਰ ਖੇੜਿਆਂ ਦੇ। ਹੀਰ ਕਿਸ ਨਾਲ ਵਿਆਹੀ ਗਈ ਸੀ? ਉੱਤਰ ਹੈ ਸੈਦੇ ਨਾਲ। ਰਾਂਝੇ ਨੇ ਕਿਸ ਤੋਂ ਜੋਗ ਧਾਰਨ ਕੀਤਾ? ਉੱਤਰ ਹੈ ਬਾਲਨਾਥ ਤੋਂ। ਪ੍ਰਸ਼ਨ ਨੰਬਰ 16,
ਸਹਿਤੀ ਕੌਣ ਸੀ? ਇਹ ਦੇਖੋ ਸਵਾਲ ਆਇਆ ਹੈ। ਕਈ ਵਾਰੀ ਸਾਨੂੰ ਬੇਟਾ ਪੀਟੈਟ ਦੇ ਵਿੱਚ ਵੀ ਇੱਕ ਵਾਰ ਇਹ ਸਵਾਲ ਆਇਆ ਸੀ ਵੀ ਸਹਿਤੀ ਕੌਣ ਹੈ। ਸੋ ਉੱਥੇ ਅਸੀਂ ਉੱਤਰ ਦਿੱਤਾ ਕਿ ਹੀਰ ਦੀ ਨਣਦ ਜਾਂ ਨਨਾਣ। ਸੋ ਜੇ ਅਸੀਂ ਬੇਟਾ ਬਰੀਕੀ ਨਾਲ ਪ੍ਰਸ਼ਨ ਉੱਤਰ ਪੜ੍ਹਦੇ ਹਾਂ ਫਿਰ ਇਹਨਾਂ ਪ੍ਰਸ਼ਨਾਂ ਦੇ ਉੱਤਰ ਅਸੀਂ ਦੇ ਪਾਉਂਦੇ ਹਾਂ। ਸਹਿਤੀ ਕਿਸ ਨੂੰ ਪਿਆਰ ਕਰਦੀ ਸੀ? ਹੁਣ ਲਿਖਿਆ ਮੁਰਾਦ ਨਾਂ ਦੇ ਬਲੋਚ ਨੂੰ। ਜਦੋਂ ਅਸੀਂ ਕਹਾਣੀ ਪੜ੍ਹਦੇ ਹਾਂ ਨਾ ਫਿਰ ਸਾਨੂੰ ਪਤਾ ਲੱਗਦਾ ਕਿ ਸਹਿਤੀ ਅੱਗੇ ਕਿਹਨੂੰ ਪਿਆਰ ਕਰਦੀ ਸੀ। ਉਸ ਬੰਦੇ ਦਾ ਨਾਮ ਹੈ ਮੁਰਾਦ, ਮੁਰਾਦ ਨਾਂ ਦੇ ਬਲੋਚ ਨੂੰ। ਪ੍ਰਸ਼ਨ ਨੰਬਰ 18, ਹੀਰ ਅਤੇ ਰਾਂਝਾ ਕਿਸ ਰਾਹੀਂ ਮਿਲਣ ਲੱਗੇ? ਹੀਰ ਅਤੇ ਰਾਂਝਾ ਸਹਿਤੀ ਰਾਹੀਂ ਮਿਲਣ ਲੱਗੇ। ਸਹਿਤੀ ਇਹਦੀ ਨਨਾਣ ਸੀ ਬੇਟਾ ਹੀਰ ਦੀ। ਹੀਰ ਤੇ ਰਾਂਝਾ ਕਿਸ ਦੀ ਸਹਾਇਤਾ ਨਾਲ ਰੰਗਪੁਰ ਤੋਂ ਭੱਜ ਗਏ? ਉੱਤਰ ਹੈ ਸਹਿਤੀ ਦੀ। ਹੁਣ ਇੱਕ ਆਮ ਕਹਾਵਤ ਹੁੰਦੀ ਹੈ ਕਿ ਘਰ ਦਾ ਭੇਤੀ ਲੰਕਾ ਢਾਹੇ। ਹੁਣ ਜਿਹੜੀ ਸਹਿਤੀ ਆ ਉਹ ਘਰ ਦਾ ਭੇਤੀ ਸੀ, ਉਹਨੇ ਸਾਰਾ ਭੇਤ ਦੇ ਕੇ ਰਾਂਝੇ ਨੂੰ ਉੱਥੋਂ ਹੀਰ ਦੇ ਨਾਲ ਭੇਜ ਦਿੱਤਾ, ਭਜਾ ਦਿੱਤਾ। ਕੋਟ ਕਬੂਲੇ ਦੇ ਕਾਜੀ ਨੇ ਕਿਸ ਦੇ ਹੱਕ ਵਿੱਚ ਫੈਸਲਾ ਦਿੱਤਾ? ਉੱਤਰ ਹੈ ਹੀਰ ਰਾਂਝੇ ਦੇ। ਜੇ ਅਸੀਂ ਕਹੀਏ ਕਿ ਹੀਰ ਰਾਂਝੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਕਿਸ ਕੋਲੇ ਪੇਸ਼ ਕੀਤਾ ਗਿਆ, ਤਾਂ ਅਸੀਂ ਲਿਖਾਂਗੇ ਕੋਟ ਕਬੂਲੇ ਦੇ ਕਾਜੀ ਕੋਲ। ਹੀਰ ਕਿਹੜੀ ਖਬਰ ਸੁਣ ਕੇ ਬੇਹੋਸ਼ ਹੋ ਗਈ ਸੀ? ਰਾਂਝੇ ਦੀ ਮੌਤ ਦੀ ਖਬਰ ਸੁਣ ਕੇ। ਕਿਹੜੀ ਖਬਰ ਸੁਣ ਕੇ ਰਾਂਝੇ ਨੇ ਪ੍ਰਾਣ ਤਿਆਗ ਦਿੱਤੇ? ਹੀਰ ਦੀ ਮੌਤ ਦੀ ਖਬਰ ਸੁਣ ਕੇ। ਚੂਚਕ ਕਿਸ ਪ੍ਰੀਤ ਕਥਾ ਦਾ ਪਾਤਰ ਹੈ? ਹੀਰ ਰਾਂਝਾ, ਮਤਲਬ ਇਹਦਾ ਚਾਚਾ ਸੀ ਬੇਟਾ। ਚੂਚਕ ਨਹੀਂ, ਚੂਚਕ ਤਾਂ ਇਹਦਾ ਪਿਤਾ ਬੇਟਾ। ਚੂਚਕ ਕਿਸ ਪ੍ਰੀਤ ਕਥਾ ਦਾ ਪਾਤਰ ਹੈ? ਹੀਰ ਰਾਂਝਾ ਦਾ। ਹੇਠ ਦਿੱਤੇ ਪਾਤਰ ਕਿਸ ਪ੍ਰੀਤ ਕਥਾ ਦੇ ਪਾਤਰ ਹਨ? ਮੌਜੂ, ਸੈਦਾ, ਸਹਿਤੀ, ਮੁਰਾਦ, ਦੈਦੋਂ। ਇਹ ਸਾਰੇ ਜਿਹੜੇ ਪਾਤਰ ਨੇ ਬੇਟਾ ਉਹ ਹੀਰ ਰਾਂਝਾ ਪ੍ਰੀਤ ਕਥਾ ਦੇ ਪਾਤਰ ਹਨ। ਸੋ ਬੇਟਾ ਇਹ ਸਨ ਇੱਕ ਸ਼ਬਦਾਂ ਵਾਲੇ ਪ੍ਰਸ਼ਨ ਉੱਤਰ। ਉੱਪਰ ਤੁਹਾਨੂੰ ਜਿਵੇਂ ਅਸੀਂ ਕਹਿੰਦੇ ਹਾਂ ਕਿ ਵੈਰੀ ਸ਼ਾਰਟ ਜਿਹੜੇ ਹੁੰਦੇ ਨੇ, ਬਹੁਤ ਜ਼ਿਆਦਾ ਛੋਟੇ ਵਸਤੂਨਿਸ਼ਟ ਪ੍ਰਸ਼ਨ, ਇਹਦੇ ਵਿੱਚੋਂ ਬੇਟਾ ਤੁਹਾਨੂੰ ਵਸਤੂਨਿਸ਼ਟ ਪ੍ਰਸ਼ਨ ਵੀ ਬਣਾ ਕੇ ਪਾਏ ਜਾ ਸਕਦੇ ਨੇ ਵੀ 4 ਆਪਸ਼ਨਾਂ ਦੇ ਦਿੱਤੀਆਂ ਜਾਣ, ਉਹਦੇ ਵਿੱਚੋਂ ਇੱਕ ਨੂੰ ਚੁਣੋ। ਸੋ ਬੇਟਾ ਜੇਕਰ ਤੁਸੀਂ ਇਸ ਕਿੱਸੇ ਨੂੰ ਧਿਆਨ ਦੇ ਨਾਲ ਪੜ੍ਹਿਆ ਅਤੇ ਸੁਣਿਆ ਅਤੇ ਸਮਝਿਆ ਹੋਵੇਗਾ ਫਿਰ ਹੀ ਤੁਸੀਂ ਵਸਤੂਨਿਸ਼ਟ ਬਹੁ ਵਿਕਲਪੀ ਪ੍ਰਸ਼ਨਾਂ ਦੇ ਜਿਹੜੇ ਉੱਤਰ ਆ ਉਹ ਦੇ ਸਕਦੇ ਹੋ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੀਤ ਕਥਾ ਨੂੰ ਧਿਆਨ ਨਾਲ ਸਮਝਿਆ ਹੋਵੇਗਾ ਅਤੇ ਇਸ ਦੇ ਜਿਹੜੇ ਪੋਜ਼ੀਟਿਵ ਪੱਖ ਦੇ ਉੱਪਰ ਤੁਸੀਂ ਚੱਲ ਕੇ ਸਮਾਜ ਦੇ ਵਿੱਚ ਇੱਕ ਇਸ ਕਿੱਸੇ ਕਹਾਣੀ ਨਾਲ ਸੰਬੰਧਿਤ ਨਵੀਂ ਪ੍ਰੇਰਨਾ ਨੂੰ ਪੇਸ਼ ਕਰੋਗੇ। ਸੋ ਬੇਟਾ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਹਾਸਲ ਕਰਨ ਲਈ ਭਵਿੱਖ ਵਿੱਚ ਜੁੜੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ।